ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ। ਨਾਨਕ ਦੇ ਕਰ ਹੱਥ ਡੋਲਨ ਤੇ ਰਾਖੋ ਪ੍ਰਭੂ। ਨਾਨਕ ਦੇ ਕਰ ਹੱਥ ਜਬ ਲੋ ਨਹੀਂ ਭਾਗ ਲਿਲਾਰ ਉਦੈ। ਤਬ ਲੋ ਪ੍ਰਮ ਤੇ ਫਿਰ ਤੇ ਬਹੁਤਾਇਓ। ਕਲ ਘੋਰ ਸਮੁੰਦਰ ਮੈਂ ਬੂਡਤ ਥੇ। ਕਲ ਘੋਰ ਸਮੁੰਦਰ ਮੈਂ ਬੂਡਤ ਥੇ। ਕਬਹੂ ਮਿਟ ਹੈ ਨਹੀਂ ਰੇ ਪਛਤਾਇਓ। ਤਤ ਵਿਚਾਰ ਯਹ ਮਥੁਰਾ। ਜਗ ਤਾਰਨ ਕਉ ਅਵਤਾਰ ਬਨਾਇਓ। ਜਪਿਓ ਜਿਨ ਅਰਜੁਨ ਦੇਵ ਗੁਰੂ। ਫਿਰ ਸੰਕਟ ਜੋਨ ਗਰਭ ਨਾ ਆਇਓ। ਜਪਿਓ ਜਿਨ ਅਰਜੁਨ ਦੇਵ ਗੁਰੂ। ਫਿਰ ਸੰਕਟ ਜੋਨ ਗਰਭ ਨਾ ਆਇਓ। ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ। ਜਿਨ ਮਾਨਸ ਤੇ ਦੇਵਤੇ ਕੀਏ। ਕਰਤ ਨ ਲਾਗੀ ਵਾਰ। ਕਵਨ ਵਡਾਈ ਕਹਿ ਸਕੂੰ। ਬੇਅੰਤ ਗੁਣੀਤਾ ਕਰ ਕਿਰਪਾ ਮੋਹਿ ਨਾਮ ਦੇਹੋ। ਨਾਨਕ ਦਰ ਸਰੀਤਾ ਕਰ ਕਿਰਪਾ ਮੋਹਿ ਨਾਮ ਦੇਹੋ। ਨਾਨਕ ਦਰ ਸਰੀਤਾ। ਜੁਗ ਜੁਗ ਅਟਲ ਸਤਿਗੁਰੂ। ਗੁਰਗੱਦੀ ਤੇ ਸੁਭਾਈਮਾਨ ਦਸਾਂ ਪਾਤਸ਼ਾਹੀਆਂ ਦੀ ਜੋਤ ਗਰੀਬ ਨਵਾਜ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਜੁੜ ਮਿਲ ਬੈਠੀ ਪਰਮ ਸਨਮਾਨ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ। ਸਤਿਗੁਰੂ ਜੀ ਨੇ ਰਹਿਮਤਾਂ ਬਖਸ਼ਿਸ਼ਾਂ ਵਰਤਾਈਆਂ ਨੇ। ਸਾਨੂੰ ਆਪਣੀ ਪਾਵਨ ਹਜ਼ੂਰੀ ਦੀ ਗੋਦ ਦੀ ਸਤ ਸੰਗਤ ਦੀ ਦਾਤ ਬਖਸ਼ਿਸ਼ ਕੀਤੀ ਹੈ। ਚਿਰੰਕਾਲ ਮਾਨਸ ਜਨਮ ਨਿਰਮੋਲ ਪਾਇਓ। ਸਫਲ ਜਨਮ ਗੁਰ ਚਰਨ ਸ਼ਰਨ ਕੈ। ਬਹੁਤ ਚਿਰਾਂ ਬਾਅਦ ਇਸ ਆਤਮਾ ਨੂੰ ਇਹ ਮਨੁੱਖਾ ਕਾਇਆ ਦੀ ਦਾਤ ਮਿਲੀ ਹੈ। ਔਰ ਸਫਲ ਜਨਮ ਗੁਰ ਚਰਨ ਸ਼ਰਨ ਕੈ। ਗੁਰੂ ਕੀ ਚਰਨ ਸ਼ਰਨ 'ਚ ਜੁੜ ਕੇ ਸਤ ਸੰਗਤ 'ਚ ਜੁੜ ਕੇ ਔਰ ਕਰਤੇ ਪੁਰਖ ਵਾਹਿਗੁਰੂ ਜੀ ਦੀ ਸਿਫਤ ਸਲਾਹ ਤੇ ਵਡਿਆਈ 'ਚ ਜੁੜ ਕੇ ਇਹ ਜੀਵਨ ਸਕਾਰਤ ਹੈ। ਇਹ ਜੀਵਨ ਸਫਲ ਹੈ। ਔਰ ਉਹ ਵੱਡੇ ਦੀਆਂ ਵਡਿਆਈਆਂ ਆਪਾਂ ਗੁਰਬਾਣੀ ਰਾਹੀਂ ਕਰਦੇ ਹਾਂ। ਗੁਰਬਾਣੀ ਪੜ੍ਹ ਕੇ, ਗੁਰਬਾਣੀ ਗਾ ਕੇ ਔਰ ਗੁਰਬਾਣੀ ਵਿਚਾਰ ਕੇ। ਔਰ ਇਹ ਸਮੁੱਚੇ ਯਤਨਾਂ ਦਾ ਮਨੋਰਥ ਇਹੀ ਹੈ
ਇੱਕ ਤੇ ਅਸੀਂ ਉਸ ਵੱਡੇ ਦੀਆਂ ਵਡਿਆਈਆਂ ਨੂੰ ਕਰ ਸਕੀਏ, ਗਾ ਸਕੀਏ। ਦੂਜੇ ਨੰਬਰ 'ਤੇ ਗੁਰੂ ਕੀ ਬਾਣੀ 'ਚੋਂ ਜੀਵਨ ਨੂੰ ਸਫਲ ਬਣਾਉਣ ਵਾਲੀਆਂ ਸਿੱਖਿਆਵਾਂ ਨੂੰ ਪੜ੍ਹ ਸੁਣ ਸਮਝ ਸਕੀਏ ਔਰ ਇਸ ਜੀਵਨ ਨੂੰ ਚੰਗਾ ਬਣਾਈਏ, ਸੋਹਣਾ ਬਣਾਈਏ, ਉੱਚਾ ਸੁੱਚਾ ਨਿਰਮਲ ਬਣਾਈਏ, ਸਫਲ ਜੀਵਨ ਬਣੇ। ਸੋ ਸਤਿਗੁਰੂ ਮਿਹਰ ਕਰਨ, ਸਾਡੇ ਇਹ ਯਤਨ ਸਕਾਰਤ ਹੋਣ। ਗੁਰੂ ਚਰਨਾਂ 'ਚ ਜੁੜਿਆ, ਗੁਰਬਾਣੀ ਨੂੰ ਪੜ੍ਹਿਆ, ਸੁਣਿਆ, ਗਾਵਿਆ ਔਰ ਵਿਚਾਰਿਆ ਗੁਰੂ ਕੇ ਦਰ 'ਤੇ ਕਬੂਲ ਪਵੇ। ਆਓ ਗੁਰ ਸ਼ਬਦ ਵਿਚਾਰ ਦੀ ਲੜੀ 'ਚ ਜੁੜੀਏ। ਸਭ ਤੋਂ ਪਹਿਲਾਂ ਸਤਿਗੁਰਾਂ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨ ਕਰੋ। ਕੋਈ ਰਸਨਾ ਵਾਂਝੀ ਨਾ ਰਵੇ। ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਪਾਵਨ ਔਰ ਪਵਿੱਤਰ ਰਸਨਾ ਤੋਂ ਉਚਾਰਨ ਅੰਮ੍ਰਿਤਮਈ ਬਾਣੀ ਸਹਿਸਕ੍ਰਿਤੀ ਸ਼ਲੋਕ, ਜਿਨ੍ਹਾਂ ਦੀ ਵਿਚਾਰ ਆਪ ਜੀ ਨਿਤਾ ਪ੍ਰਤੀ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿਖੇ ਜੁੜ ਮਿਲ ਬੈਠ ਕੇ ਸ਼ਰਵਣ ਕਰਦੇ ਹੋ। ਇਹ ਜਿਹੜੀ ਬਾਣੀ ਹੈ, ਜਿਵੇਂ ਆਪ ਜੀ ਸਹਿਜ ਪਾਠ ਸਮੇਂ ਵੀ ਜਾਣਦੇ ਹੋ, ਇਸ ਬਾਣੀ ਤੱਕ ਜਦੋਂ ਪਹੁੰਚਦੇ ਹੋ ਤੇ ਉਦੋਂ ਬਾਖੂਬੀ ਪਤਾ ਲੱਗਦਾ ਹੈ ਕਿ ਇਸ ਬਾਣੀ ਦੇ ਜਿਹੜੇ ਸ਼ਬਦ ਹਨ, ਅੱਖਰ ਹਨ, ਉਹ ਪੜ੍ਹਨ ਦੇ ਵਿੱਚ ਕੁਝ ਔਖੇ ਹਨ, ਕਿਉਂਕਿ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪ੍ਰਾਕ੍ਰਿਤ ਤੇ ਪਾਲੀ ਭਾਸ਼ਾ ਦੇ ਵਿੱਚ ਇਹ ਬਾਣੀ ਉਚਾਰਨ ਕੀਤੀ ਹੈ। ਇਹ ਸੰਸਕ੍ਰਿਤ ਦਾ ਹੀ ਬਦਲਵਾਂ ਰੂਪ ਹੈ, ਹਾਲਾਂਕਿ ਸੰਸਕ੍ਰਿਤ ਨਹੀਂ ਹੈ। ਬਹੁਤ ਸ਼ਬਦ ਐਸੇ ਹਨ ਜਿਹੜੇ ਅਸੀਂ ਆਮ ਤੌਰ 'ਤੇ ਨਹੀਂ ਬੋਲਦੇ ਹਾਂ, ਜਿਸ ਕਰਕੇ ਇੱਕੋ ਵਾਰ ਜਦੋਂ ਉਹ ਸ਼ਬਦ ਬੋਲਣੇ ਪੜ੍ਹਨੇ ਪੈਂਦੇ ਨੇ, ਕਈ ਵਾਰ ਸ਼ਬਦ ਜ਼ੁਬਾਨ 'ਤੇ ਨਹੀਂ ਚੜ੍ਹਦੇ ਨੇ ਤਾਂ ਮੁਸ਼ਕਲ ਆਉਂਦੀ ਹੈ। ਅਤੇ ਬਹੁਤ ਐਸੇ ਸ਼ਬਦ ਹਨ, ਅੱਖਰ ਹਨ, ਜਿਹੜੇ ਪੈਰਾਂ 'ਚ ਲੱਗੇ ਹੋਏ ਅੱਖਰ ਹਨ। ਉਹਨਾਂ ਨੂੰ ਵੀ ਪੜ੍ਹਨ ਦੇ ਵਿੱਚ, ਸਮਝਣ ਦੇ ਵਿੱਚ ਮੁਸ਼ਕਲ ਆਉਂਦੀ ਹੈ। ਇਸੇ ਕਰਕੇ ਆਪਾਂ ਇਹ ਯਤਨ ਕੀਤਾ ਹੈ, ਉਦਮ ਕੀਤਾ ਹੈ ਕਿ ਇੱਕ ਤੇ ਇਸ ਬਾਣੀ ਨੂੰ ਤੇ ਬਾਣੀ ਦੇ ਵੱਖਰੇ ਵੱਖਰੇ ਸ਼ਬਦਾਂ ਨੂੰ, ਅੱਖਰਾਂ ਨੂੰ ਪੜ੍ਹਨਾ ਕਿਸ ਤਰੀਕੇ ਦੇ ਨਾਲ ਹੈ, ਆਪਾਂ ਉਹ ਸਮਝੀਏ। ਉਦੋਂ ਬਾਅਦ ਜੋ ਸਤਿਗੁਰੂ ਨੇ ਇਸ ਬਾਣੀ 'ਚ ਉਪਦੇਸ਼ ਸਾਨੂੰ ਦਿੱਤੇ ਨੇ, ਉਹਨਾਂ ਉਪਦੇਸ਼ਾਂ ਨੂੰ ਸਮਝੀਏ। ਉਹਨਾਂ ਉਪਦੇਸ਼ਾਂ ਦਾ ਅੱਗੇ ਭਾਵ ਕੀ ਹੈ ਔਰ ਕੀ ਉਹਨਾਂ ਉਪਦੇਸ਼ਾਂ ਦੇ ਰਾਹੀਂ ਸਾਡੀ ਪ੍ਰੈਕਟੀਕਲ ਜ਼ਿੰਦਗੀ ਦੇ ਲਈ ਗੁਰੂ ਨੇ ਮੈਸੇਜ ਦਿੱਤੇ ਨੇ, ਉਹਨਾਂ ਨੂੰ ਆਪਾਂ ਸਮਝੀਏ। ਔਰ ਲਗਾਤਾਰ ਬਾਣੀ ਦੀ ਵਿਚਾਰ ਕਰਦੇ ਹੋਏ ਇਹ ਕੁਝ ਆਪਾਂ ਵਿਚਾਰਨ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਗੁਰੂ ਕਿਰਪਾ ਕਰੇ ਇਸੇ ਤਰ੍ਹਾਂ ਸਹਾਈ ਹੋ ਕੇ ਸਮੁੱਚੀ ਬਾਣੀ ਦੀ ਸਤਿਗੁਰੂ ਸੇਵਾ ਲੈਣ। 27 ਨੰਬਰ ਸ਼ਲੋਕ ਤੱਕ ਵਿਚਾਰ ਆਪ ਜੀ ਨੇ ਸ਼ਰਵਣ ਕੀਤੀ ਹੈ। ਕੱਲ੍ਹ ਜਿੱਥੋਂ ਆਪਾਂ 27 ਨੰਬਰ ਸ਼ਲੋਕ ਤੋਂ ਵਿਚਾਰ ਨੂੰ ਸੰਕੋਚਿਆ ਸੀ, ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਰੱਬੀ ਪਿਆਰਿਆਂ ਤੇ ਗੁਰਮੁਖ ਜਨਾਂ, ਜਿਨ੍ਹਾਂ ਨੂੰ ਵੱਖ ਵੱਖ ਨਾਮ ਦਿੱਤੇ ਗਏ ਨੇ, ਸੰਤ ਕਿਹਾ ਗਿਆ, ਭਗਤ ਕਿਹਾ ਗਿਆ, ਬ੍ਰਹਮ ਗਿਆਨੀ ਕਿਹਾ ਗਿਆ, ਗੁਰਮੁਖ ਕਿਹਾ ਗਿਆ, ਇੱਕ ਅਦਬ ਹੈ, ਸਤਿਕਾਰ ਹੈ, ਵੱਖਰੇ ਵੱਖਰੇ ਨਾਮ ਰੱਖ ਕੇ ਦਿੱਤਾ ਗਿਆ। ਔਰ ਉਸ ਪੁਰਖ ਦੇ ਲਈ ਇਹ ਸਮੁੱਚੇ ਸ਼ਬਦ ਵਰਤੇ ਗਏ ਨੇ, ਜਿਹੜਾ ਵਾਕਿਆ ਉਸ ਕਰਤੇ ਪੁਰਖ ਅਕਾਲ ਪੁਰਖ ਦੇ ਨਾਲ ਜੁੜਿਆ ਹੈ। ਅਤੇ ਉਹ ਸੰਤ ਫਿਰ ਮਹਾਰਾਜ ਕਹਿੰਦੇ ਕਿੱਦਾਂ ਦੇ ਹੁੰਦੇ ਹਨ? ਉਹਨਾਂ ਦੇ ਅੰਦਰ ਹੈ ਸਹਿਨਸ਼ੀਲਤਾ, ਗੱਲ ਨੂੰ ਜਰਨ ਵਾਲਾ, ਹਾਲਾਤਾਂ ਨੂੰ ਜਰਨ ਵਾਲੀ ਬਿਰਤੀ, ਦੂਜੇ ਦੇ ਕਹੇ ਹੋਏ ਮਾੜੇ ਬੋਲਾਂ ਨੂੰ ਵੀ ਬਰਦਾਸ਼ਤ ਕਰਨ ਵਾਲਾ ਸੁਭਾਅ, ਤੇ ਸਮ ਦ੍ਰਿਸ਼ਟੀ। ब्रह्म ज्ञानी की दृष्ट समान, जैसे राज रंक को लागै तुल पवान। उन्हां दी नज़र समान है।
ਉਹ ਮਿੱਤਰਾਂ ਜਿਹੜੇ ਉਹਨਾਂ ਦੇ ਨਾਲ ਮਿੱਤਰਤਾ ਕਮਾਉਂਦੇ ਨੇ ਜਾਂ ਸ਼ਰਧਾਲੂ ਜਗਿਆਸੂ ਬਣ ਕੇ ਉਹਨਾਂ ਦੇ ਕੋਲ ਆਉਂਦੇ, ਉਹਨਾਂ ਦੀ ਸੰਗਤ 'ਚ ਜੁੜਦੇ ਨੇ, ਉਹ ਰੱਬੀ ਪਿਆਰੇ ਗੁਰਮੁਖ ਉਹਨਾਂ ਦਾ ਵੀ ਭਲਾ ਕਰਕੇ ਉਹਨਾਂ ਨੂੰ ਵੀ ਚੰਗਾ ਉਪਦੇਸ਼ ਦਿੰਦੇ ਨੇ। ਔਰ ਜੇ ਕੋਈ ਵੈਰ ਰੱਖਣ ਵਾਲਾ, ਕੋਈ ਨਿੰਦਿਆ ਕਰਨ ਵਾਲਾ ਜਾਂ ਕੋਈ ਹਮਲਾ ਕਰਨ ਵਾਲਾ ਵੀ ਪਹੁੰਚ ਜਾਵੇ, ਰੱਬੀ ਪਿਆਰੇ ਉਹਦਾ ਵੀ ਭਲਾ ਹੀ ਕਰਦੇ ਨੇ। ਇਹ ਹੈ ਉਹਨਾਂ ਦਾ ਸੁਭਾਅ। ਅੱਗੇ ਚੱਲ ਕੇ ਇੱਕ ਹੋਰ ਸਲੋਕ ਆਵੇਗਾ, ਜਿਸ ਸਲੋਕ 'ਚ ਮਹਾਰਾਜ ਨੇ ਇੱਕ ਸਾਧ ਪੁਰਖ, ਇੱਕ ਸੰਤ ਪੁਰਖ ਦੇ ਜੀਵਨ ਦੇ 6 ਲੱਛਣ ਬਿਆਨ ਕੀਤੇ ਨੇ, ਜਿੱਥੇ ਮਹਾਰਾਜ ਨੇ ਕਿਹਾ ਕਿ ਜਿਹਦੇ ਜੀਵਨ 'ਚ ਇਹ 6 ਗੁਣ ਹਨ ਉਹ ਸਮਝੋ ਸਾਧ ਹੈ। ਉੱਥੇ ਜਾ ਕੇ ਵੀ ਆਪਾਂ ਵਿਚਾਰਾਂਗੇ। ਮਹਾਰਾਜ ਨੇ ਉੱਥੇ ਵੀ ਦੱਸਿਆ ਕਿ ਸਾਧ ਉਹ ਜਿਹੜਾ ਬਰਾਬਰ ਉਪਦੇਸ਼ ਦਿੰਦਾ ਹੈ, ਭਾਵੇਂ ਕੋਈ ਮਿੱਤਰ ਹੈ ਭਾਵੇਂ ਮਿੱਤਰ ਨਹੀਂ ਹੈ, ਭਾਵੇਂ ਕੋਈ ਦੁਸ਼ਮਣੀ ਵੀ ਕਮਾ ਰਿਹਾ ਹੈ, ਜਿਹੜਾ ਸਤ ਪੁਰਖ ਹੈ ਉਹ ਸਭ ਨੂੰ ਭਲਾ, ਸੱਚਾ ਤੇ ਇੱਕੋ ਜਿਹਾ ਬਰਾਬਰ ਉਪਦੇਸ਼ ਬਖਸ਼ਦਾ, ਕਿਉਂਕਿ ਉਹਦਾ ਨਜ਼ਰੀਆ ਸਭ ਦੇ ਲਈ ਇੱਕੋ ਜਿਹਾ ਹੈ। ਸੋ ਸਤਿਗੁਰਾਂ ਨੇ ਕਿਹਾ ਕਿ ਸੰਤ ਭਗਤ ਦੇ ਸਾਹਮਣੇ ਕੋਈ ਤਰ੍ਹਾਂ ਤਰ੍ਹਾਂ ਦੇ ਪਕਵਾਨ, ਨਜ਼ਰਾਨੇ, ਭੋਜਨ ਭੇਟ ਕਰੇ, ਭਾਵੇਂ ਉਹਦੇ 'ਤੇ ਕੋਈ ਸ਼ਸਤਰ ਲੈ ਕੇ ਹਮਲਾ ਕਰੇ, ਉਹ ਦੋਵਾਂ ਦੇ ਲਈ ਇੱਕੋ ਜਿਹਾ ਭਲੇ ਦਾ ਉਪਦੇਸ਼ ਦਿੰਦਾ ਹੈ, ਅਸੀਸ ਦਿੰਦਾ। ਇੱਦੋਂ ਅੱਗੇ ਫਿਰ ਅੱਜ 28 ਨੰਬਰ ਸਲੋਕ ਹੈ। ਇਸ ਸਲੋਕ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਹੜੀ ਸਲੋਕ 3 ਪੰਕਤੀਆਂ ਦਾ ਹੈ ਔਰ ਤੀਜੀ ਪੰਕਤੀ 'ਚ ਸਤਿਗੁਰੂ ਨੇ ਦੱਸਿਆ ਹੈ ਕਿ ਜਿਹੜੇ ਪ੍ਰਮਾਤਮਾ ਦਾ ਨਾਮ ਜਪਦੇ ਨੇ, ਸਤ ਸੰਗਤ 'ਚ ਜੁੜਦੇ ਨੇ, ਉਹ ਸੁਖੀ ਵਸਦੇ ਹਨ। ਤੇ ਫਿਰ ਪਹਿਲੀ ਪੰਕਤੀ ਤੋਂ ਸਤਿਗੁਰੂ ਜੀ ਨੇ ਗੱਲ ਕੀਤੀ ਹੈ ਕਿ ਉਹਨਾਂ ਦਾ ਜੀਵਨ ਕਿੱਦਾਂ ਦਾ ਉੱਚਾ ਹੈ, ਸੁੱਚਾ ਹੈ, ਉਹਨਾਂ ਦਾ ਸਮਾਜ ਅੰਦਰ ਕੀ ਰੁਤਬਾ ਹੈ, ਉਹਨਾਂ ਦੇ ਅੰਦਰ ਦੀ ਅਵਸਥਾ ਕੀ ਹੈ, ਉਹਨਾਂ ਦਾ ਅੰਦਰ ਕਿੱਦਾਂ ਟਿਕਾ ਵਾਲਾ ਜੀਵਨ ਹੈ। ਮਹਾਰਾਜ ਫਰਮਾਨ ਕਰਦੇ ਹਨ, ਤਿਰਸਕਾਰ ਨਹਿ ਭਵੰਤ, ਨਹਿ ਭਵੰਤ ਮਾਨ ਭੰਗਨੈ। ਭਵੰਤ ਸ਼ਬਦ ਇਹ ਇੱਕ ਪੰਕਤੀ 'ਚ 2 ਵਾਰ ਆਇਆ ਹੈ। ਇਹ ਭਵੰਤ ਸ਼ਬਦ ਦਾ ਭਾਵ ਹੈ ਹੁੰਦਾ ਹੈ, ਹੋਣਾ। ਮਹਾਰਾਜ ਕਹਿੰਦੇ ਜਿਹੜੇ ਸੰਗਤ 'ਚ ਜੁੜਦੇ ਨੇ, ਵੱਡੇ ਦੀਆਂ ਵਡਿਆਈਆਂ 'ਚ ਜਿਹੜੇ ਜੁੜ ਗਏ, ਐਨ ਇੱਕ ਮਿੱਕ ਹੋ ਗਏ, ਕਿਉਂਕਿ ਜੁੜਨਾ ਵੀ ਕਈ ਪ੍ਰਕਾਰ ਦਾ ਹੈ, ਪੜ੍ਹਨਾ ਵੀ ਕਈ ਤਰ੍ਹਾਂ ਦਾ ਹੈ, ਸੁਣਨਾ ਵੀ ਕਈ ਤਰ੍ਹਾਂ ਦਾ, ਗਾਉਣ ਦੇ ਵਿੱਚ ਵੀ ਗੁਰੂ ਕਹਿੰਦੇ ਬੜਾ ਫਰਕ ਜੇ। ਇੱਕ ਬਚਨ ਆਪਾਂ ਪੜ੍ਹਦੇ ਹਾਂ ਜਿੱਥੇ ਮਹਾਰਾਜ ਕਹਿੰਦੇ ਗਾਵੀਐ ਸੁਣੀਐ ਮਨ ਰੱਖੀਐ, ਭਾਉ ਦੁੱਖ ਪਰ ਹਰ ਸੋ ਘਰ ਲੈ ਜਾਏ। ਇੱਕ ਨੇ ਗਾਇਆ, ਸੁਣਿਆ, ਮਨ 'ਚ ਭੈ ਭਾਵ ਨਹੀਂ ਰੱਖ ਕੇ ਗਾਇਆ, ਮਹਾਰਾਜ ਕਹਿੰਦੇ ਉਹਦੇ ਸਾਰੇ ਦੁੱਖ ਮੁੱਕ ਗਏ, ਉਹ ਤੇ ਸੁੱਖਾਂ ਦਾ ਧਾਰਨੀ ਬਣ ਗਿਆ, ਸੁੱਖਾਂ ਦੇ ਨਾਲ ਉਹਦਾ ਘਰ ਭਰ ਗਿਆ। ਇੱਕ ਗਾਉਣਾ ਫਿਰ ਮਹਾਰਾਜ ਗੁਰੂ ਰਾਮਦਾਸ ਸਾਹਿਬ ਕਹਿੰਦੇ, ਕੋਈ ਗਾਵੇ ਰਾਗੀ ਨਾਦੀ ਬੇਦੀ, ਬਹੁ ਭਾਂਤ ਕਰ ਨਹੀਂ ਹਰ ਹਰ ਭੀਜੈ, ਰਾਮ ਰਾਜੇ ਜਿਨ੍ਹਾਂ ਅੰਤਰ ਕਪਟ ਵਿਕਾਰ ਹੈ, ਤਿੰਨਾਂ ਰੋਏ ਕਿਆ ਕੀਜੈ। ਜਿਨ੍ਹਾਂ ਦਾ ਅੰਦਰ ਕਪਟ ਵਿਕਾਰ ਦੇ ਨਾਲ ਭਰਿਆ, ਬਾਹਰੋਂ ਗਾਇਆ ਜਾ ਰਿਹਾ ਹੈ ਪਰ ਅੰਦਰੋਂ ਬਿਰਤੀ ਸਾਫ਼ ਨਹੀਂ ਹੈ, ਅੰਦਰ ਦੀ ਬਿਰਤੀ ਨਿਰਮਲ ਨਹੀਂ ਹੈ, ਉਹਨਾਂ ਦਾ ਗਾਉਣਾ ਵੀ ਗੁਰੂ ਕਹਿੰਦੇ ਰੋਣਾ ਹੀ ਹੈ। ਉਹਨਾਂ ਦਾ ਗਾਉਣਾ ਵੀ ਰੋਣਾ। ਉਹ ਭਾਵੇਂ ਜਿੰਨੇ ਮਰਜ਼ੀ ਰਾਗਾਂ ਦੀ ਵਰਤੋਂ ਕਰ ਲਵੇ, ਉਹ ਭਾਵੇਂ ਜਿੰਨੇ ਮਰਜ਼ੀ ਹੋਰ ਢੰਗ ਤਰੀਕਿਆਂ ਦੇ ਨਾਲ ਗਾਵੇ, ਉਹਦਾ ਗਾਵਿਆ ਵੀ ਰੋਣਾ ਹੀ ਹੈ। ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤੇ ਜਿਨ੍ਹਾਂ ਦੇ ਅੰਦਰ ਭਾਵ ਹੈ, ਭੈ ਭਾਵਨੀ ਹੈ, ਉਹਨਾਂ ਦਾ ਗਾਵਿਆ ਕਬੂਲ ਹੈ। ਉਹ ਤੇ ਦੁੱਖ ਪਰ ਹਰ ਸੁੱਖ ਘਰ ਲੈ ਜਾਏ ਦੀ ਦਾਤ ਦੇ ਧਾਰਨੀ ਬਣਦੇ ਹਨ। ਸੋ ਜਿਹੜਾ ਭਾਵਨਾ ਦੇ ਨਾਲ ਗਾਉਂਦਾ ਜਪਦਾ ਪਿਆ ਹੈ, ਕਬੀਰ ਰਾਮ ਕਹਿਣ ਮੈਂ ਭੇਦ ਹੈ। ਕਬੀਰ ਸਾਹਿਬ ਕਹਿੰਦੇ ਰਾਮ ਰਾਮ ਕਹਿਣ ਦੇ ਵਿੱਚ ਵੀ, ਮਾਲਕ ਦਾ ਨਾਮ ਜਪਣ ਦੇ ਵਿੱਚ ਵੀ ਬੜਾ ਫਰਕ ਹੁੰਦਾ ਜੇ। ਕਈਆਂ ਦਾ ਜਪਣਾ ਕੇਵਲ ਵਿਖਾਵਾ ਹੁੰਦਾ ਹੈ, ਕਈ ਪਿਆਰ ਦੇ ਨਾਲ ਜਪਦੇ ਹਨ, ਅੰਦਰੋਂ ਭਾਵਨਾ ਦੇ ਨਾਲ ਜਪਦੇ ਹਨ। ਸੋ ਜਪਣ ਦੇ ਵਿੱਚ ਵੀ ਫਰਕ, ਪੜ੍ਹਨ ਦੇ ਵਿੱਚ ਵੀ ਫਰਕ, ਗਾਉਣ ਸੁਣਨ ਦੇ ਵਿੱਚ ਵੀ ਫਰਕ ਹੈ। ਪਰ ਜਿਹੜੇ ਪਿਆਰ ਭਾਵਨਾ ਦੇ ਨਾਲ ਅੰਦਰੋਂ ਜੁੜ ਕੇ ਪੜ੍ਹਦੇ ਨੇ, ਸੰਗਤ 'ਚ ਜੁੜਦੇ ਨੇ, ਮਾਲਕ ਦੇ ਨਾਲ ਜਿਹੜੇ ਜੁੜ ਗਏ, ਫਿਰ ਮਹਾਰਾਜ ਕਹਿੰਦੇ ਤਿਰਸਕਾਰ ਨਹਿ ਭਵੰਤ, ਨਹਿ ਭਵੰਤ ਮਾਨ ਭੰਗਨੈ। ਭਵੰਤ ਭਾਵ ਹੋਣਾ,
ਉਹਨਾਂ ਦਾ ਤਿਰਸਕਾਰ ਨਿਰਾਦਰੀ ਨਹੀਂ ਹੁੰਦੀ, ਉਹਨਾਂ ਦੇ ਕਿਸੇ ਜਗ੍ਹਾ ਤੇ ਮਾਣ ਸਨਮਾਨ ਨੂੰ ਠੇਸ ਨਹੀਂ ਪੁੱਜਦੀ ਹੈ। ਕੁਝ ਚੀਜ਼ਾਂ ਦੀ ਤ੍ਰਿਸ਼ਨਾ ਹੈ ਜਿਹੜੀ ਸਾਡੇ ਮਨੁੱਖੀ ਮਨਾਂ ਅੰਦਰ ਹੈ, ਜਿਹਦਾ ਜ਼ਿਕਰ ਵੀ ਗੁਰੂ ਨੇ ਬਾਣੀ 'ਚ ਕੀਤਾ। ਔਰ 3-4 ਚੀਜ਼ਾਂ ਦੀ ਮੁੱਖ ਗੱਲ ਗੁਰੂ ਕਰਦੇ ਨੇ। ਇੱਕ ਵੇਖੋ, ਪੈਸਾ ਆਪਾਂ ਸਾਰੇ ਚਾਹੁੰਦੇ ਹਾਂ, ਹਰ ਬੰਦੇ ਦੇ ਮਨ ਅੰਦਰ ਪੈਸੇ ਦੀ ਤ੍ਰਿਸ਼ਨਾ ਹੈ, ਜਿਹਨੂੰ ਮਹਾਰਾਜ ਕਹਿੰਦੇ ਤ੍ਰਿਸ਼ਨਾ ਬਿਰਲੇ ਹੀ ਕੀ ਬੂਝੀ ਹੈ। ਜਾਂ ਸਹਿਸ ਖੱਟਾ ਲੱਖ ਕੋ ਉੱਠਤਾ ਵੈ, ਜਾਂ ਕੋਟ ਜੋਰਾ ਲੱਖ ਕਰੋੜੇ, ਉਹ ਮਨ ਰੱਜਦਾ ਨਹੀਂ ਹੈ। ਇੱਕ ਪਹਿਲੇ ਨੰਬਰ ਤੇ ਬਾਣੀ ਨੇ ਪੈਸੇ ਦੀ, ਮਾਇਆ ਦੀ ਤ੍ਰਿਸ਼ਨਾ ਦੀ ਗੱਲ ਕੀਤੀ। ਦੂਜੇ ਨੰਬਰ ਤੇ ਲੰਬੇ ਜੀਵਨ ਦੀ ਤ੍ਰਿਸ਼ਨਾ ਵੀ ਹੈ। ਔਰ ਲੰਬਾ ਜੀਵਨ ਪ੍ਰਾਪਤ ਕਰਨ ਦੇ ਲਈ ਬਹੁਤ ਤਰ੍ਹਾਂ ਦੇ ਲੋਕਾਂ ਨੇ ਯਤਨ ਕੀਤੇ, ਕਿਉਂਕਿ ਇੱਕ ਸੁਭਾਅ ਹੈ, ਬਹੁਤਾ ਜੀਵਨ ਲੋੜੀ ਹੈ, ਮੂਆ ਨਾ ਲੋੜੈ ਕੋਈ। ਬੰਦਾ ਮਰਨਾ ਕਬੂਲ ਨਹੀਂ, ਮਰਨਾ ਕਿਸੇ ਨੂੰ ਪਸੰਦ ਨਹੀਂ ਹੈ, ਜਿਉਣਾ ਹਰ ਕੋਈ ਚਾਹੁੰਦਾ ਹੈ, ਹਰ ਕੋਈ ਜਿਉਣਾ। ਔਰ ਗੁਰੂ ਕਹਿੰਦੇ ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋਂ ਵਿਸਾਰਿਆ। ਬਹੁਤਾ ਜੀਣ ਦੀ ਤ੍ਰਿਸ਼ਨਾ ਦਾ ਐਸਾ ਰੋਗ ਇਹਦੇ ਮਨ 'ਚ ਲੱਗਿਆ ਹੈ ਕਿ ਮੌਤ ਇਹਨੇ ਭੁਲਾਈ ਪਈ ਹੈ। ਪਹਿਲੇ ਨੰਬਰ ਤੇ ਮਾਇਆ ਦੀ, ਪੈਸੇ ਦੀ ਤ੍ਰਿਸ਼ਨਾ। ਦੂਜੇ ਨੰਬਰ ਤੇ ਬੰਦੇ ਦੇ ਮਨ ਅੰਦਰ ਹੈ ਲੰਬੇ ਜੀਵਨ ਦੀ ਤ੍ਰਿਸ਼ਨਾ। ਤੀਜੇ ਨੰਬਰ ਤੇ ਅਸੀਂ ਸਾਰੇ ਚਾਹੁੰਦੇ ਹਾਂ ਕਿ ਸਰੀਰਕ ਤੰਦਰੁਸਤੀ ਬਣੀ ਰਵੇ, ਉਹਦੀ ਵੀ ਹਰ ਇੱਕ ਬੰਦੇ ਦੇ ਮਨ ਅੰਦਰ ਚਾਹਨਾ ਹੁੰਦੀ। ਆਪਾਂ ਅਰਦਾਸਾਂ ਵੀ ਕਰਦੇ, ਕੋਸ਼ਿਸ਼ਾਂ ਵੀ ਬੜੀਆਂ ਕਰਦੇ ਆ ਕਿ ਸਰੀਰ ਤੰਦਰੁਸਤ ਬਣਿਆ ਰਵੇ। ਚੌਥੇ ਨੰਬਰ ਤੇ ਮਹਾਰਾਜ ਕਹਿੰਦੇ ਇੱਕ ਤ੍ਰਿਸ਼ਨਾ ਮਨੁੱਖੀ ਮਨ ਅੰਦਰ ਹੋਰ ਬੜੀ ਵੱਡੀ ਹੈ। ਉਹ ਤ੍ਰਿਸ਼ਨਾ ਕਿਹੜੀ ਹੈ? ਸ਼ੋਭਾ ਦੀ ਤ੍ਰਿਸ਼ਨਾ, ਵਡਿਆਈ ਦੀ ਤ੍ਰਿਸ਼ਨਾ। ਮੇਰਾ ਸਮਾਜ ਅੰਦਰ, ਮੇਰਾ ਜਗਤ ਅੰਦਰ ਬੜਾ ਮਾਣ ਤੇ ਸਨਮਾਨ ਹੋਵੇ, ਇਹ ਵੀ ਮਨੁੱਖਾਂ ਦੇ ਅੰਦਰ ਬੜੀ ਤ੍ਰਿਸ਼ਨਾ ਹੈ। ਤੇ ਇਸ ਤ੍ਰਿਸ਼ਨਾ ਕਰਕੇ ਵੀ ਲੋਕ ਬਹੁਤ ਯਤਨ ਕਰਦੇ ਹਨ। ਮਹਾਰਾਜ ਕਹਿੰਦੇ ਸਤੀਆਂ ਮਨ ਸੰਤੋਖ ਉਪਜੈ, ਦੇਣਾ ਕੈ ਵਿਚਾਰ, ਦੇ ਦੇ ਮੰਗੈ ਸਹਿਸਾ ਗੁਣਾ, ਸ਼ੋਭ ਕਰੈ ਸੰਸਾਰ। ਦਾਨੀ ਦੇ ਮਨ ਅੰਦਰ ਖਿਆਲ ਪੈਦਾ ਹੋਇਆ ਕਿ ਕੁਝ ਦਾਨ ਪੁੰਨ ਕਰਨਾ ਚਾਹੀਦਾ ਹੈ, ਪਰ ਪਿੱਛੇ ਦੋ ਭਾਵਨਾ ਹੋਰ ਲੁਕੀਆਂ ਹੋਈਆਂ ਨੇ। ਇੱਕ ਤੇ ਮੈਂ ਥੋੜਾ ਦਾਨ ਕਰਾਂ ਤੇ ਬਹੁਤਾ ਮੈਨੂੰ ਮਿਲ ਜਾਏ, ਤੇ ਦੂਜੇ ਨੰਬਰ ਤੇ ਲੋਕ ਮੇਰੀ ਸ਼ੋਭਾ ਵੀ ਬੜੀ ਕਰਨ। ਵੈਸੇ ਅੱਜ ਦੇ ਸਮੇਂ 'ਚ ਤੇ ਆਪਾਂ ਵੇਖਦੇ ਹੀ ਹਾਂ, ਅਖਬਾਰਾਂ ਤੇ ਸੋਸ਼ਲ ਮੀਡੀਆ ਤੇ ਵੀ ਆਮ ਚੱਲ ਹੀ ਰਿਹਾ ਅੱਜ ਕੱਲ੍ਹ ਇਹ ਟਰੈਂਡ, ਕਿ ਬਹੁਤ ਸਾਰੀਆਂ NGO ਐਸੀਆਂ ਬਣਾਈਆਂ ਹੋਈਆਂ ਨੇ, ਉਹ ਤਸਵੀਰਾਂ ਤੇ ਖਿਚਾਉਂਦੇ ਨੇ, ਪਰ ਪਿੱਛੋਂ ਪਤਾ ਨਹੀਂ ਕਿੰਨਾ ਕੁ ਉਹ ਮਾਲ ਇਕੱਠਾ ਵੀ ਕਰੀ ਜਾਂਦੇ ਹਨ। ਹੁਣ ਕੀ ਸੱਚ ਹੈ ਕੀ ਝੂਠ ਹੈ ਤੇ ਰੱਬ ਜਾਣੇ, ਉਹ ਜਾਣਨ। ਪਰ ਜਿਹੜੀ ਗੱਲ ਗੁਰੂ ਬਾਣੀ 'ਚ ਕਹਿੰਦੇ ਕਿ ਦਾਨ ਥੋੜਾ ਕਰਨਾ, ਆਪ ਬਹੁਤਾ ਹਾਸਲ ਕਰ ਲੈਣਾ। ਦਾਨ ਦੇ ਨਾਂ ਤੇ ਵਿਖਾਵਾ ਕਰਨਾ, ਦਾਨ ਦੇ ਨਾਂ ਤੇ ਵਿਖਾਵਾ ਕਰਨਾ, ਕਾਰਨ ਕੀ? ਸ਼ੋਭ ਕਰੈ ਸੰਸਾਰ। ਤੇ ਅਕਸਰ ਤਸਵੀਰਾਂ ਵੀ ਆਉਂਦੀਆਂ ਨੇ ਕਿ ਛੋਟੀਆਂ ਛੋਟੀਆਂ ਮਾਮੂਲੀ ਚੀਜ਼ਾਂ ਦੇ ਕੇ ਵੀ ਲੋਕ ਫੋਟੋਆਂ ਖਿਚਾ ਕੇ ਤੇ ਨਾਲੋਂ ਨਾਲ ਫੇਸਬੁੱਕ ਤੇ WhatsApp ਤੇ ਪਾਉਂਦੇ ਹਨ। ਭਾਵਨਾ ਕੀ ਹੈ? ਕਿ ਲੋਕ ਕਹਿਣ ਕਿ ਇਹ ਬੜਾ ਦਾਨੀ ਹੈ ਜੀ, ਬੜਾ ਦਾਨ ਕਰਨ ਵਾਲਾ ਹੈ। ਇੱਕ ਸ਼ੋਭਾ ਦੀ ਭੁੱਖ, ਵਡਿਆਈ ਦੀ ਭੁੱਖ। ਕੱਲ੍ਹ ਵੀ ਇੱਕ ਬਚਨ ਆਪਾਂ ਸਤਿਗੁਰਾਂ ਦਾ ਸਾਂਝਾ ਕੀਤਾ ਸੀ। ਗੁਰੂ ਕਹਿੰਦੇ ਬਹੁਤੀ ਵੱਡੀ ਗੱਲ ਨਹੀਂ ਹੈ, ਤੇਰੀ ਇੰਨੀ ਸ਼ੋਭਾ ਹੋ ਜਾਏ ਕਿ ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਚੱਲੇ ਸਭ ਕੋਏ। ਥੋੜ੍ਹੀ 10 20 50 ਬੰਦਿਆਂ ਦੀ ਤੇ ਗੱਲ ਹੀ ਕੀ ਹੈ, ਨਵਾਂ ਖੰਡਾਂ 'ਚ ਵੀ ਤੇਰੀ ਸ਼ੋਭਾ ਫੈਲ ਜਾਏ, ਤੇਰੇ ਨਾਲ ਵੀ ਹਜ਼ਾਰਾਂ ਲੋਕ ਪਿੱਛੇ ਚੱਲਣ। ਪਰ ਚੇਤੇ ਰੱਖੀ, ਜੇ ਰੱਬ ਦੀ ਨਜ਼ਰ ਨਹੀਂ ਹੈ ਤੇ ਤੇਰੀ ਔਕਾਤ ਕੀੜੇ ਤੋਂ ਵੱਧ ਕੇ ਕੁਝ ਨਹੀਂ ਹੈ, ਜਿੰਨੀ ਮਰਜ਼ੀ ਵਡਿਆਈ। ਸੋ ਸ਼ੋਭਾ ਵਡਿਆਈ ਸਾਰੇ ਆਪਾਂ ਚਾਹੁੰਦੇ ਹਾਂ, ਤੇ ਕਿਸੇ ਜਗ੍ਹਾ ਤੇ ਸਾਡੇ ਮਾਣ ਸਨਮਾਨ ਨੂੰ ਠੇਸ ਪਹੁੰਚੇ, ਕੋਈ 4 ਬੰਦਿਆਂ 'ਚ ਕੋਈ 2 ਬੋਲ ਸਾਡੇ ਬਾਰੇ ਮਾੜੇ ਕਹਿ ਦਵੇ ਤੇ ਸਾਡਾ ਮਨ ਇੱਕਦਮ ਮੁਰਝਾ ਜਾਂਦਾ ਕਿ ਮੇਰੀ ਕਿਸੇ ਨੇ ਬੇਇੱਜ਼ਤੀ ਕਿਉਂ ਕੀਤੀ ਹੈ, ਮੇਰੇ ਬਾਰੇ ਮਾੜੇ ਬੋਲ ਕਿਉਂ ਬੋਲੇ ਹਨ। ਬੰਦਾ ਵੈਸੇ ਹੀ ਮਨ 'ਚ ਪਛਤਾਵਾ ਰੱਖ ਕੇ ਕਿੰਨੀ ਦੇਰ ਸੋਚਦਾ ਰਹਿੰਦਾ ਹੈ ਇਸ ਚੀਜ਼ ਬਾਰੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਰੱਬੀ ਪਿਆਰੇ ਹਨ ਉਹ ਕਿਉਂਕਿ ਬਾਣੀ ਦੇ ਨਾਲ ਜੁੜਦੇ ਨੇ, ਪਰਮਾਤਮਾ ਦੇ ਨਾਮ ਦੇ ਨਾਲ ਜੁੜਦੇ ਨੇ, ਉਹ ਫਿਰ ਅੰਦਰੋਂ ਬੜੇ ਦ੍ਰਿੜ ਤੇ ਮਜ਼ਬੂਤ ਹੁੰਦੇ ਹਨ। ਚੰਗਾ ਮਾੜਾ ਲੋਕ ਤੇ ਸਭ ਬਾਰੇ ਕਹਿੰਦੇ ਹਨ,
ਉਹਨਾਂ ਬਾਰੇ ਵੀ ਕਹਿੰਦੇ ਕਬੀਰ ਸਾਹਿਬ ਨੂੰ ਵੀ ਮਾੜਾ ਕਿਹਾ, ਗੁਰੂ ਨਾਨਕ ਮਹਾਰਾਜ ਨੂੰ ਵੀ ਭੂਤਨਾ ਬੇਤਾਲਾ ਕਿਹਾ, ਪਰ ਉਹ ਜਿਹੜੇ ਰੱਬੀ ਪਿਆਰੇ ਨੇ ਉਹ ਅੰਦਰੋਂ ਬੜੇ ਮਜ਼ਬੂਤ ਹੁੰਦੇ ਹਨ। ਉਹ ਜੇ ਕੋਈ ਨਿੰਦਿਆ ਵੀ ਕਰਦਾ ਉਹਨੂੰ ਵੀ ਹੱਸ ਕੇ ਕਬੂਲਦੇ, ਉਹ ਨਿੰਦਿਆ ਨੂੰ ਨਿੰਦਿਆ ਸਮਝਦੇ ਹੀ ਨਹੀਂ ਹਨ। ਉਹ ਤਾਂ ਕਹਿੰਦੇ ਨਿੰਦੋ ਨਿੰਦੋ ਮੋਕੋ ਲੋਕ ਨਿੰਦੋ, ਕੋਈ ਨਿੰਦਿਆ ਵੀ ਕਰੇ ਉਹ ਪਰਵਾਹ ਕੋਈ ਨਹੀਂ ਕਰਦੇ। ਸੋ ਮਹਾਰਾਜ ਕਹਿੰਦੇ ਇਸ ਕਰਕੇ ਉਹਨਾਂ ਦਾ ਕੋਈ ਅਪਮਾਨ ਜਾਂ ਨਿਰਾਦਰ ਨਹੀਂ ਕਰ ਸਕਦਾ, ਕਿਉਂਕਿ ਜੇ ਕੋਈ ਰੱਬੀ ਪਿਆਰਿਆਂ ਬਾਰੇ ਮਾੜੇ ਬੋਲ ਵੀ ਬੋਲਦਾ ਹੈ ਤੇ ਬਾਕੀ ਜਾਣਦੇ ਹਨ ਕਿ ਈਰਖਾ ਵਸ ਬੋਲਦਾ ਪਿਆ ਹੈ, ਜਿਹਦੇ ਬਾਰੇ ਬੋਲ ਰਿਹਾ ਹੈ ਉਹ ਇੱਦਾਂ ਦਾ ਨਹੀਂ ਹੈ। ਲੋਕ ਆਪ ਉਹਨੂੰ ਸਲਾਉਂਦੇ ਹਨ। ਮਹਾਰਾਜ ਕਹਿੰਦੇ ਤਿਰਸਕਾਰ ਨਹਿ ਭਵੰਤ ਮਾਨ ਭੰਗਨੈ। ਜਿਹੜੇ ਰੱਬੀ ਪਿਆਰੇ ਸਾਧ ਗੁਰਮੁਖ ਸੰਗਤ 'ਚ ਜੁੜਨ ਵਾਲੇ ਹਨ, ਨਾ ਉਹਨਾਂ ਦੀ ਕਦੇ ਨਿਰਾਦਰੀ ਜੇ ਤੇ ਨਾ ਉਹਨਾਂ ਦਾ ਅਪਮਾਨ ਹੈ। ਸ਼ੋਭਾਹੀਣ ਨਹਿ ਭਵੰਤ ਨਹਿ ਪੁਹੰਤ ਸੰਸਾਰ ਦੁੱਖ ਨਹਿ। ਉਹ ਸ਼ੋਭਾ ਤੋਂ ਹੀਣੇ ਵੀ ਨਹੀਂ ਹੁੰਦੇ, ਭਾਵ ਉਹਨਾਂ ਦੀ ਸ਼ੋਭਾ ਹਮੇਸ਼ਾ ਬਣੀ ਰਹਿੰਦੀ ਹੈ, ਕਿਉਂਕਿ ਉਹਨਾਂ ਦੀ ਜਿਹੜੀ ਸ਼ੋਭਾ ਹੈ ਉਹ ਸੰਸਾਰ ਦੇ ਪਦਾਰਥਾਂ 'ਤੇ ਨਹੀਂ ਟਿਕੀ ਹੈ। ਸੰਸਾਰੀ ਤੌਰ 'ਤੇ ਇੱਕ ਵਡਿਆਈ ਲੋਕ ਲੈਂਦੇ ਨੇ, ਕੋਈ ਰਾਜ ਭਾਗ, ਕੋਈ ਕੁਰਸੀ, ਕੋਈ ਅਹੁਦਾ ਪ੍ਰਾਪਤ ਕਰ ਲਿਆ, ਉਹਦੇ ਸਹਾਰੇ ਵਡਿਆਈ ਲਈ। ਉਹ ਵਡਿਆਈ ਹੈ ਵਕਤੀ ਵਡਿਆਈ। ਜਿਹੜੀ ਗੁਰੂ ਵਡਿਆਈ ਬਖਸ਼ਦੇ ਨੇ ਉਹ ਸਦੀਵੀ ਵਡਿਆਈ ਹੈ। ਜਿਹੜੀ ਮਹਿਮਾ ਗੁਰੂ ਨਾਨਕ ਮਹਾਰਾਜ ਨੇ ਬਾਬਾ ਬੁੱਢਾ ਸਾਹਿਬ ਨੂੰ ਬਖਸ਼ ਦਿੱਤੀ, ਉਹ ਵਡਿਆਈ ਕਦੇ ਖਤਮ ਹੋ ਸਕਦੀ ਹੈ? ਜਿਹੜੀ ਵਡਿਆਈ ਧੰਨ ਬਾਬਾ ਦੀਪ ਸਿੰਘ ਨੇ ਗੁਰੂ ਘਰ ਤੋਂ ਹਾਸਲ ਕਰ ਲਈ, ਉਹ ਵਡਿਆਈ ਨੂੰ ਕੌਣ ਖਤਮ ਕਰ ਦੇਵੇਗਾ? ਜਿਹੜੀ ਵਡਿਆਈ ਭਾਈ ਮਨੀ ਸਿੰਘ ਦੀ ਹੈ, ਬਾਬਾ ਬੰਦਾ ਸਿੰਘ ਬਹਾਦਰ ਦੀ ਹੈ, ਭਾਈ ਬਚਿੱਤਰ ਸਿੰਘ ਦੀ ਹੈ, ਭਾਈ ਮਰਦਾਨੇ ਦੀ ਹੈ, ਭਾਈ ਮਤੀ ਦਾਸ ਸਤੀ ਦਾਸ ਦੀ ਹੈ, ਉਹ ਵਡਿਆਈ ਨੂੰ ਕੋਈ ਦੁਨੀਆ ਦੀ ਤਾਕਤ ਖਤਮ ਨਹੀਂ ਕਰ ਸਕਦੀ, ਕਿਉਂਕਿ ਉਹ ਵਡਿਆਈ ਪਦਾਰਥ ਤੇ ਨਹੀਂ ਟਿਕੀ ਹੈ, ਉਹ ਵਡਿਆਈ ਪਰਮਾਰਥ ਤੇ ਟਿਕੀ ਹੈ। ਉਹ ਧਨ ਤੇ ਟਿਕੀ ਵਡਿਆਈ ਨਹੀਂ ਹੈ, ਉਹ ਧਰਮ ਤੇ ਕੁਰਬਾਨੀ ਤੇ ਟਿਕੀ ਹੋਈ ਵਡਿਆਈ ਹੈ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਜਿਸ ਸ਼ੋਭਾ ਕੋ ਕਰੈ ਭਲੀ ਕਰਨੀ। ਜਿਹੜੀ ਸ਼ੋਭਾ ਹਾਸਲ ਕਰਨ ਦੇ ਲਈ ਤੂੰ ਬੜੇ ਭਲੇ ਕੰਮ ਵਿਖਾਵੇ ਸਮੇਤ ਕਰਦਾ ਹੈ, ਉਹ ਸ਼ੋਭਾ ਵਡਿਆਈ ਮਿਲ ਜਾਏਗੀ, ਪਰ ਮਿਲੇਗੀ ਕਿੱਥੋਂ? ਜਿਸ ਸ਼ੋਭਾ ਕੋ ਕਰੈ ਭਲੀ ਕਰਨੀ ਸਾ ਸ਼ੋਭਾ ਭਜ ਹਰ ਕੀ ਸ਼ਰਨੀ। ਤੂੰ ਇੱਥੇ ਗੁਰੂ ਕੋਲ ਆ ਕੇ ਅਰਦਾਸ ਕਰ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸ਼ੋਭਾ, ਚਿੰਤਾ ਲਾਹੇ ਹਮਾਰੀ। ਫਿਰ ਗੁਰੂ ਵਡਿਆਈ ਬਖਸ਼ਣਗੇ ਤੈਨੂੰ। ਉਹ ਵਡਿਆਈ ਫਿਰ ਕਦੇ ਖਤਮ ਹੋਣ ਵਾਲੀ ਨਹੀਂ ਹੈ। ਸਰਬ ਸੂਖ ਹਰ ਨਾਮ ਵਡਾਈ, ਗੁਰ ਪ੍ਰਸਾਦ ਨਾਨਕ ਮਤ। ਜਦੋਂ ਗੁਰੂ ਦੀ ਕਿਰਪਾ ਤੇ ਗੁਰੂ ਦੀ ਮਤ ਆਪਾਂ ਗ੍ਰਹਿਣ ਕਰਕੇ ਗੁਰਮੁਖ ਵਾਲਾ ਜੀਵਨ ਬਤੀਤ ਕਰਾਂਗੇ, ਤੇ ਫਿਰ ਵੇਖੋ ਬੰਦਾ ਜਿਉਂਦਾ ਵੀ ਹੈ ਤੇ ਵਡਿਆਈ ਹੈ, ਬੰਦਾ ਮਰ ਵੀ ਗਿਆ ਤੇ ਵਡਿਆਈ ਹੈ। ਸਿਆਣੇ ਕਹਿੰਦੇ ਹਨ ਕਿ ਠੀਕ ਹੈ, ਬੰਦਾ ਜਿੰਨੀ ਦੇਰ ਜਿਉਂਦਾ ਹੈ ਓਨੀ ਦੇਰ ਤੇ ਉਹਦਾ ਮੂੰਹ ਰੱਖਣ ਦੇ ਲਈ ਲੋਕ ਉਹਦੀ ਵਡਿਆਈ ਕਰਦੇ ਨੇ। ਅਸਲ ਦੇ ਵਿੱਚ ਬੰਦਾ ਮਨੁੱਖ ਦਾ ਸਮਾਜ ਅੰਦਰ ਕੀ ਆਧਾਰ ਸੀ, ਉਹ ਕਿੱਦਾਂ ਦਾ ਸੀ, ਇਹ ਉਹਦੇ ਮਰਨ ਤੋਂ ਬਾਅਦ ਪਤਾ ਲੱਗਦਾ ਹੈ ਕਿ ਉਹਦੇ ਮੌਤ ਤੋਂ ਬਾਅਦ ਉਹਦੇ ਘਰ ਵਿਖੇ ਹੋਏ ਇਕੱਠ 'ਚ ਕਿੰਨੇ ਲੋਕ ਨੇ ਤੇ ਕਿੱਦਾਂ ਦੇ ਲੋਕ ਹਨ। ਜੇ ਸ਼ਰਾਬੀ ਮਰੂ ਤੇ ਉਹਦੇ ਮਰਨ ਤੋਂ ਬਾਅਦ ਸ਼ਰਾਬੀਆਂ ਤੇ ਜੁਆਰੀਆਂ ਨੇ ਇਕੱਠੇ ਹੋਣਾ ਹੈ, ਉੱਥੋਂ ਹੀ ਪਤਾ ਲੱਗ ਜਾਂਦਾ ਹੈ ਕਿ ਬੰਦਾ ਦਾ ਕਿੱਦਾਂ ਦਾ ਸੀ। ਤੇ ਜੇ ਕੋਈ ਭਲਾ ਗੁਰਮੁਖ ਭਲੀ ਬਿਰਤੀ ਵਾਲਾ ਸੰਸਾਰ ਤੋਂ ਗਿਆ ਹੈ ਤੇ ਉਹਦੀ ਮਿੱਤਰਤਾ ਸਾਂਝ ਵੀ ਉਸੇ ਤਰ੍ਹਾਂ ਦੇ ਲੋਕਾਂ ਦੇ ਨਾਲ ਹੁੰਦੀ ਹੈ, ਤੇ ਉਹਦੇ ਮਰਨ ਸਮੇਂ ਵੀ ਉਸੇ ਤਰ੍ਹਾਂ ਦੇ ਲੋਕ ਇਕੱਠੇ ਹੁੰਦੇ ਹਨ। ਸੋ ਮਹਾਰਾਜ ਕਹਿੰਦੇ ਜਿਹੜਾ ਤੇ ਭਲਾ ਹੈ ਉਹਦੀ ਤੇ ਜਿਉਂਦਿਆਂ ਵੀ ਵਡਿਆਈ ਤੇ ਉਹਦੀ ਜੀਵਨ ਤੋਂ ਬਾਅਦ ਵੀ ਵਡਿਆਈ ਹੈ, ਤੇ ਜਿਹੜਾ ਬੁਰਾ ਹੈ ਉਹਨੂੰ ਜਿਉਂਦਿਆਂ ਵੀ ਸੰਸਾਰ 'ਚੋਂ ਲਾਹਣਤਾਂ ਮਿਲਦੀਆਂ ਨੇ ਤੇ ਉਹ ਮਰ ਵੀ ਜਾਂਦਾ ਹੈ ਤੇ ਬਾਅਦ 'ਚ ਵੀ ਲਾਹਣਤਾਂ ਹੀ ਪੈਂਦੀਆਂ ਨੇ। ਪਰ ਰੱਬੀ ਪਿਆਰਿਆਂ ਦੀ ਵਡਿਆਈ ਸਦੀਵੀ ਹੈ, ਉਹਨਾਂ ਦੀ ਸ਼ੋਭਾ ਕੋਈ ਖਤਮ ਨਹੀਂ ਕਰ ਸਕਦਾ, ਹਟਾ ਨਹੀਂ ਸਕਦਾ ਹੈ। ਸ਼ੋਭਾਹੀਣ ਨਹਿ ਭਵੰਤ, ਉਹ ਕਦੇ ਸ਼ੋਭਾ ਤੋਂ ਹੀਣੇ ਨਹੀਂ ਹੁੰਦੇ, ਉਹਨਾਂ ਦੀ ਸ਼ੋਭਾ ਹਮੇਸ਼ਾ ਬਣੀ ਰਹਿੰਦੀ ਹੈ। ਨਹਿ ਪੁਹੰਤ ਸੰਸਾਰ ਦੁੱਖ ਨਹਿ। ਹੁਣ ਵੇਖੋ ਪਹਿਲਾ ਸ਼ਬਦ ਆਇਆ ਹੈ ਭੱਬੇ ਦੇ ਨਾਲ, ਭਵੰਤ, ਉਹਨੂੰ ਆਪਾਂ ਭਵੰਤ ਪੜ੍ਹਨਾ ਹੈ।
ਇਹ ਫਿਰ ਬਾਅਦ 'ਚ ਪੱਪੇ ਦੇ ਨਾਲ ਆਇਆ ਹੈ ਤੇ ਪੱਪੇ ਦੇ ਹੋੜਾ ਵੀ ਲੱਗਿਆ ਹੈ। ਇਹ ਪੜ੍ਹਨਾ ਹੈ ਪੁਹੰਤ ਪੱਪੇ ਦੇ ਨਾਲ। ਥੋੜ੍ਹਾ ਹੀ ਉਚਾਰਨ ਦੇ ਵਿੱਚ ਬਹੁਤ ਜ਼ਿਆਦਾ ਫਰਕ ਨਹੀਂ ਹੁੰਦਾ ਹੈ, ਪਰ ਬੜੇ ਸਮਝ ਕੇ ਬਰੀਕੀ ਦੇ ਨਾਲ ਪੜ੍ਹਨਾ। ਪਹਿਲੇ ਨੂੰ ਭਵੰਤ, ਇਹਨੂੰ ਪੁਹੰਤ। ਨੈ ਪੁਹੰਤ ਸੰਸਾਰ ਦੁੱਖ ਨੈ। ਤੇ ਉਸ ਰੱਬੀ ਪਿਆਰੇ ਨੂੰ, ਗੁਰਮੁਖ ਨੂੰ ਸੰਸਾਰੀ ਦੁੱਖ ਵੀ ਪ੍ਰਭਾਵਿਤ ਨਹੀਂ ਕਰ ਪਾਉਂਦੇ, ਪੋਹ ਨਹੀਂ ਪਾਉਂਦੇ ਹਨ। ਕਿਨੂੰ? ਗੋਬਿੰਦ ਨਾਮ ਜਪੰਤ ਮਿਲ ਸਾਧ ਸੰਗੈ, ਨਾਨਕ ਸੇ ਪ੍ਰਾਣੀ ਸੁਖ ਬਾਸਨੈ। ਜਿਹੜਾ ਮਨੁੱਖ ਸਤ ਸੰਗਤ 'ਚ ਜੁੜ ਕੇ ਪਰਮਾਤਮਾ ਦਾ ਨਾਮ ਜਪਦਾ ਹੈ, ਉਹ ਪ੍ਰਾਣੀ ਫਿਰ ਸੁਖ ਸਹਿਤ ਆਪਣਾ ਜੀਵਨ ਬਤੀਤ ਕਰਦਾ ਜੇ। ਤੇ ਮਹਾਰਾਜ ਕਹਿੰਦੇ ਉਹਦੀ ਵਡਿਆਈ ਵੀ ਸਦੀਵੀ ਬਣੀ ਰਹਿੰਦੀ ਹੈ। ਤਿੰਨਾਂ ਕੀ ਸ਼ੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰਾ। ਇਦੋਂ ਅੱਗੇ 29 ਨੰਬਰ ਸ਼ਲੋਕ ਹੈ। ਇਹ ਸ਼ਲੋਕ ਬੜੀ ਬਰੀਕੀ ਦੇ ਨਾਲ ਸਮਝਣ ਵਾਲਾ ਹੈ, ਕਿਉਂਕਿ ਇਸ ਸ਼ਲੋਕ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਦ੍ਰਿਸ਼ ਸਾਡੇ ਸਾਹਮਣੇ ਰੱਖਿਆ ਹੈ। ਜਿਵੇਂ ਬਾਹਰੀ ਤੌਰ ਤੇ ਇੱਕ ਸੂਰਮਿਆਂ ਦੀ, ਯੋਧਿਆਂ ਦੀ, ਸਿਪਾਹੀਆਂ ਦੀ ਫੌਜ ਹੁੰਦੀ ਹੈ। ਫੌਜ ਦੀ ਮਾਨੋ ਇੱਕ ਟੁਕੜੀ ਹੈ। ਤੇ ਹੁਣ ਜਿਹੜੇ ਫੌਜੀ ਹਨ, ਸਿਪਾਹੀ ਹਨ, ਉਹਨਾਂ ਦੇ ਕੋਲ ਕੁਝ ਚੀਜ਼ਾਂ ਹੁੰਦੀਆਂ ਨੇ, ਕਿਉਂਕਿ ਮਹਾਰਾਜ ਨੇ ਉਦੋਂ ਦੇ ਹਾਲਾਤਾਂ ਮੁਤਾਬਕ ਜਿਵੇਂ ਉਸ ਸਮੇਂ ਦੀਆਂ ਫੌਜਾਂ ਹੁੰਦੀਆਂ ਸਨ, ਉਸ ਚੀਜ਼ ਦਾ ਦ੍ਰਿਸ਼ ਸਾਹਮਣੇ ਰੱਖ ਕੇ ਗੱਲ ਕੀਤੀ ਹੈ। ਅੱਜ ਦੇ ਸਮੇਂ 'ਚ ਹਾਲਾਤ ਬਦਲੇ ਹਨ, ਕਈ ਚੀਜ਼ਾਂ ਬਦਲੀਆਂ ਹਨ। ਹੁਣ ਸੈਨਾ ਹੈ ਤੇ ਸੈਨਾ ਦੇ ਕੋਲ ਸਭ ਤੋਂ ਪਹਿਲੇ ਨੰਬਰ 'ਤੇ, ਕਿਉਂਕਿ ਸੈਨਾ ਜਾਂ ਜਿਹੜਾ ਇਹ ਸੈਨਾ ਦੇ ਨਾਲ ਸੰਬੰਧਿਤ ਮੰਤਰਾਲਾ ਹੁੰਦਾ ਹੈ, ਉਹਨੂੰ ਕੀ ਕਹਿੰਦੇ ਨੇ? ਡਿਫੈਂਸ ਜਾਂ ਰੱਖਿਆ ਮੰਤਰਾਲਾ। ਕਿਉਂਕਿ ਹਰ ਦੇਸ਼ ਕਹਿੰਦਾ ਹੈ ਕਿ ਮੈਂ ਅਟੈਕ ਦੇ ਲਈ ਫੌਜ ਨਹੀਂ ਰੱਖੀ ਹੈ, ਮੈਂ ਆਪਣੀ ਡਿਫੈਂਸ ਦੇ ਲਈ ਫੌਜ ਰੱਖੀ ਹੈ, ਆਪਣੇ ਬਚਾਅ ਦੇ ਲਈ। ਹਾਲਾਂਕਿ ਅਟੈਕ ਵੀ ਉਹੀ ਲੋਕ ਕਰਦੇ ਹਨ, ਪਰ ਨਾਮ ਡਿਫੈਂਸ ਰੱਖਿਆ ਜਾਂਦਾ ਹੈ, ਰੱਖਿਆ। ਸੋ ਇੱਕ ਸਿਪਾਹੀ ਦੇ ਕੋਲ ਸਭ ਤੋਂ ਪਹਿਲੇ ਨੰਬਰ 'ਤੇ ਕੀ ਹੁੰਦਾ ਹੈ? ਆਪਣੇ ਆਪ ਨੂੰ ਬਚਾਉਣ ਦੇ ਲਈ ਪੁਰਾਣੇ ਸਮਿਆਂ 'ਚ ਲੋਹੇ ਦੀਆਂ ਪੁਸ਼ਾਕਾਂ ਬਣੀਆਂ ਹੁੰਦੀਆਂ ਸਨ, ਜਿਹਨੂੰ ਅੱਜ ਦੇ ਸਮੇਂ 'ਚ ਆਪਾਂ ਬੁਲਟ ਪ੍ਰੂਫ ਕਹਿ ਸਕਦੇ ਹਾਂ। ਉਹਨੂੰ ਕਿਹਾ ਜਾਂਦਾ ਸੀ ਸਨਾ ਜਾਂ ਸੰਜੋ। ਪਹਿਲੇ ਨੰਬਰ 'ਤੇ ਸਿਪਾਹੀ ਆਪਣੇ ਆਪ ਨੂੰ ਬਚਾਉਣ ਦੇ ਲਈ ਆਪਣੇ ਤਨ 'ਤੇ ਉਹ ਸਨਾ, ਉਹ ਸੰਜੋ, ਉਹ ਬੁਲਟ ਪ੍ਰੂਫ ਜੋ ਕੱਪੜੇ ਪੁਰਾਣੇ ਸਮਿਆਂ ਦੇ ਹੁੰਦੇ ਸਨ। ਹੁਣ ਵੀ ਜਿਨ੍ਹਾਂ ਪੁਰਾਤਨ ਇਤਿਹਾਸਕ ਅਸਥਾਨਾਂ 'ਤੇ ਪੁਰਾਤਨ ਚੀਜ਼ਾਂ ਪਈਆਂ ਨੇ, ਉੱਥੇ ਉਹ ਪੁਰਾਣੇ ਸੰਜੋ ਵੀ ਮੌਜੂਦ ਹਨ। ਲੋਹੇ ਦੇ ਬਣੇ ਹੁੰਦੇ ਸਨ ਤੇ ਉਹ ਕੋਈ ਗੋਲੀ, ਕੋਈ ਤੀਰ ਚਲਾਵੇ, ਕੋਈ ਤਲਵਾਰ ਦਾ ਵਾਰ ਕਰੇ ਤੇ ਉਹ ਲੋਹੇ ਦੀ ਬਣੀ ਪੁਸ਼ਾਕ ਕਰਕੇ ਸਰੀਰ 'ਤੇ ਉਹ ਤਲਵਾਰ, ਤੀਰ ਆਦਿਕ ਦਾ ਵਾਰ ਨਹੀਂ ਸੀ ਪਹੁੰਚਦਾ। ਉਹਨੂੰ ਕਿਹਾ ਜਾਂਦਾ ਸਨੋ। ਸਿਪਾਹੀਆਂ ਦੇ ਕੋਲ ਪਹਿਲੇ ਨੰਬਰ 'ਤੇ ਸੰਜੋ, ਦੂਜੇ ਨੰਬਰ 'ਤੇ ਉਹਨਾਂ ਨੇ ਕਿਉਂਕਿ ਹਮਲਾ ਕਰਨਾ ਹੈ ਤੇ ਇੱਕ ਕੋਈ ਕਿਰਪਾਨ, ਕੋਈ ਇੱਦਾਂ ਦੇ ਹਥਿਆਰ ਅਟੈਕ ਦੇ ਲਈ। ਤੀਜੇ ਨੰਬਰ 'ਤੇ ਉਹਨਾਂ ਦੇ ਕੋਲ ਢਾਲ, ਜਿਹਦੇ ਰਾਹੀਂ ਦੂਜੇ ਦੇ ਵਾਰ ਨੂੰ ਹੱਥ ਦੇ ਨਾਲ ਰੋਕਣਾ ਹੈ। ਔਰ ਪੁਰਾਣੇ ਸਮੇਂ 'ਚ 4 ਤਰ੍ਹਾਂ ਦੀਆਂ ਫੌਜਾਂ ਸਨ। ਪੈਦਲ ਚੱਲਣ ਵਾਲੀਆਂ ਫੌਜਾਂ, ਇਸੇ ਤਰ੍ਹਾਂ ਰਥਾਂ 'ਤੇ ਚੱਲਣ ਵਾਲੀ ਫੌਜ, ਘੋੜਿਆਂ 'ਤੇ ਚੱਲਣ ਵਾਲੀ ਫੌਜ ਤੇ ਹਾਥੀਆਂ 'ਤੇ। ਅੱਜ ਦੇ ਸਮੇਂ 'ਚ 3 ਤਰ੍ਹਾਂ ਦੀਆਂ ਫੌਜਾਂ, ਨੇਵੀ ਔਰ ਇਸੇ ਤਰ੍ਹਾਂ ਆਰਮੀ, ਤੇ ਨਾਲ ਤੀਜੇ ਨੰਬਰ 'ਤੇ ਹਵਾਈ ਏਅਰ ਫੋਰਸ। 3 ਤਰ੍ਹਾਂ ਫੌਜਾਂ ਵੰਡੀਆਂ ਗਈਆਂ। ਪੁਰਾਣੇ ਸਮੇਂ 'ਚ 4 ਤਰ੍ਹਾਂ, ਪੈਦਲ, ਘੋੜਿਆਂ ਵਾਲੇ, ਰਥਾਂ ਵਾਲੇ, ਹਾਥੀਆਂ ਵਾਲੇ ਸਿਪਾਹੀ। ਤੇ ਇਸੇ ਤਰ੍ਹਾਂ ਜਿਹੜੇ ਯੋਧੇ ਹੁੰਦੇ ਸਨ, ਉਹ ਇੰਨੇ ਦਲੇਰ ਕਿ ਉਹ ਦੁਸ਼ਮਣ ਫੌਜਾਂ ਦੇ ਵਿੱਚ ਜਾ ਕੇ ਤੇ ਆਪਣਾ ਬਲ ਵਿਖਾਇਆ ਕਰਦੇ ਸਨ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਜਿਹੜੇ ਯੋਧਿਆਂ, ਸਿਪਾਹੀਆਂ ਤੇ ਫੌਜਾਂ ਦੀਆਂ ਕੁਝ ਜ਼ਰੂਰੀ ਖੂਬੀਆਂ ਨੇ, ਉਹਨੂੰ ਸਾਹਮਣੇ ਰੱਖ ਕੇ ਤੇ ਵਿਚਾਰ ਇਸ ਸ਼ਲੋਕ ਅੰਦਰ ਦੱਸੀ ਹੈ। ਮਹਾਰਾਜ ਕਹਿੰਦੇ ਸੈਨਾ ਸਾਧ ਸਮੂਹ ਸੂਰ ਅਜਿਤੰ ਸਨਾਹੰ ਤਨ ਨਿਮਰਤਾ। ਸਾਹਿਬ ਕਹਿੰਦੇ ਕਿ ਜਿਹੜੇ ਰੱਬੀ ਪਿਆਰੇ ਹਨ, ਸਾਧ ਹਨ, ਗੁਰਮੁਖ ਹਨ, ਉਹ ਅਜਿੱਤ ਸੂਰਮੇ ਹਨ। ਤੇ ਹੁਣ ਰੱਬੀ ਪਿਆਰੇ ਦਾ ਵੇਖੋ, ਬਾਹਰ ਕਿਸੇ ਦੇ ਨਾਲ ਵੈਰ ਨਹੀਂ ਹੈ, ਕਿਸੇ ਦੇ ਨਾਲ ਦੁਸ਼ਮਣੀ ਨਹੀਂ ਹੈ। ਇਹ ਪਿਛਲੇ ਸ਼ਲੋਕ 'ਚ ਵੀ ਆਪਾਂ ਗੱਲ ਕੀਤੀ ਕਿ ਉਹ ਤੇ ਦੁਸ਼ਮਣ ਤੇ ਮਿੱਤਰ ਦੋਵਾਂ ਨੂੰ ਬਰਾਬਰ ਸਮਝਦਾ ਹੈ। ਬ੍ਰਹਮ ਗਿਆਨੀ ਕੀ ਦ੍ਰਿਸ਼ਟ ਸਮਾਨ ਹੈ, ਉਹਦੇ ਲਈ ਨਾ ਕੋ ਬੈਰੀ ਨਾ ਹੀ ਬੇਗਾਨਾ।
ਉਹਦੀ ਹੁਣ ਜੰਗ ਕਿਹਦੇ ਨਾਲ ਹੈ? ਕਾਮ ਆਦਿਕ ਵਿਕਾਰਾਂ ਦੇ ਨਾਲ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਕਬੀਰ ਸਾਹਿਬ ਕਹਿੰਦੇ ਕਹੋ ਕਬੀਰ ਪੰਚ ਕੋ ਝਗੜਾ। ਵੈਸੇ ਕਬੀਰ ਦਾ ਕਿਸੇ ਨਾਲ ਝਗੜਾ ਨਹੀਂ ਹੈ, ਪਰ ਕਬੀਰ ਸਾਹਿਬ ਕਹਿੰਦੇ ਸਾਡਾ ਝਗੜਾ ਕਿਹਦੇ ਨਾਲ ਹੈ? ਪੰਜ ਵਿਕਾਰਾਂ ਦੇ ਨਾਲ। ਅਵਰ ਪੰਚ ਹਮ ਏਕ ਜਨਾ, ਉਹ ਪੰਜ ਨੇ, ਅਸੀਂ ਇਕੱਲੇ ਹਾਂ। ਕਿਉਂ ਰਾਖੈ ਕਰ ਬਾਰ ਮਨਾ ਮਾਰੈ, ਲੁੱਟੈ ਨੀਤ ਨੀਤ ਕਿਸ ਆਗੈ ਕਰੇ ਪੁਕਾਰ ਜਨਾ। ਉਹ ਹੁਣ ਪੰਜਾਂ ਵਿਕਾਰਾਂ ਦੇ ਨਾਲ, ਕਿਉਂਕਿ ਉਹ ਵੀ ਵਿਕਾਰ ਵੀ ਆਪਣੀ ਥਾਂ ਤੇ ਬੜੇ ਬਲੀ ਜੇ। ਇੱਕ ਜਗ੍ਹਾ ਮਹਾਰਾਜ ਕਹਿੰਦੇ ਉਹ ਪੰਜ ਬਲਵਾਨ ਹਨ, ਤੇ ਜਿਨ ਮਿਲ ਮਾਰੇ ਪੰਚ ਸੂਰ ਵੀਰ, ਐਸੋ ਕੌਣ ਬਲੀ ਰੇ। ਕਿਉਂਕਿ ਵੱਡੇ ਵੱਡੇ ਧਰਮ ਤੇ ਧਰਮਾਂ ਦੇ ਜਿਹੜੇ ਬੜੇ ਮੰਨੇ ਪਰਮੰਨੇ ਆਗੂ ਵੀ ਸਨ। ਹੁਣ ਆਪਾਂ ਨਾਮ ਲਈਏ ਗੱਲ ਵਿਵਾਦ ਬਣਦਾ ਹੈ, ਪਰ ਗੁਰੂ ਕਹਿੰਦੇ ਚਾਰ ਵਰਨ ਚੌਹਾਂ ਕੇ ਮਰਦਨ ਖਟ ਦਰਸ਼ਨ ਕਰ ਤਲੀ ਰੇ। ਚਾਰ ਵਰਨ ਤੇ ਚਾਰ ਜਿਹੜੇ ਉਹਨਾਂ ਦੇ ਯੋਧੇ, ਤੇ ਜਿਹੜੇ ਕਹਿੰਦੇ ਅਸੀਂ ਗ੍ਰੰਥ ਤੇ ਸਾਨੂੰ ਜ਼ਬਾਨੀ ਯਾਦ ਨੇ, ਇੰਨਾ ਗਿਆਨ ਹੈ, ਉਹਨਾਂ ਨੂੰ ਵੀ ਵਿਕਾਰਾਂ ਨੇ ਢਾ ਲਿਆ। ਤੁਸੀਂ ਪੜ੍ਹ ਕੇ ਵੇਖ ਲਵੋ। ਮਹਾਰਾਜ ਕਹਿੰਦੇ ਜਿਹਨੇ ਪੰਜਾਂ ਨੂੰ ਜਿੱਤ ਲਿਆ ਐਡਾ ਬਲਵਾਨ ਕਿਹੜਾ। ਜਿਨ ਮਿਲ ਮਾਰੇ ਪੰਚ ਸੂਰਬੀਰ, ਐਸੋ ਕੌਣ ਬਲੀ ਰੇ। ਤੇ ਜਿਹੜਾ ਅੰਦਰ ਤੋਂ ਪਰਮਾਤਮਾ ਦੇ ਨਾਲ ਜੁੜ ਗਿਆ ਉਹ ਵਿਕਾਰਾਂ ਤੇ ਜਿੱਤ ਪਾਉਂਦਾ ਹੈ। ਮਹਾਰਾਜ ਕਹਿੰਦੇ ਜਿਹੜੀ ਰੱਬੀ ਪਿਆਰਿਆਂ ਸਾਧ ਜਨਾਂ ਦੀ ਜਿਹੜੀ ਸੈਨਾ ਹੈ ਉਹ ਅਜਿੱਤ ਸੂਰਮੇ ਹਨ। ਉਹ ਵਿਕਾਰਾਂ ਤੇ ਜਿੱਤ ਹਾਸਲ ਕਰਦੇ ਹਨ ਤੇ ਵਿਕਾਰ ਉਹਨਾਂ ਨੂੰ ਹਰਾ ਨਹੀਂ ਸਕਦੇ ਹਨ। ਸੈਨਾ ਸਾਧ ਸਮੂਹ ਸੂਰ ਅਜਿੱਤੰ। ਜਿਹੜੀ ਰੱਬੀ ਪਿਆਰਿਆਂ ਸਾਧ ਜਨਾਂ ਦਾ ਇਕੱਠ ਹੈ ਉਹ ਸੈਨਾ ਹੈ, ਉਹ ਅਜਿੱਤ ਹਨ, ਕਿਉਂਕਿ ਉਹਨਾਂ ਦੇ ਕੋਲ ਕੁਝ ਖੂਬੀਆਂ ਨੇ, ਕੁਝ ਚੀਜ਼ਾਂ ਨੇ। ਸਭ ਤੋਂ ਪਹਿਲੇ ਨੰਬਰ ਤੇ ਰੱਬੀ ਪਿਆਰੇ ਜਾਂ ਪਿਆਰਿਆਂ ਦੇ ਕੋਲ ਕੀ ਹੈ? ਸਨਾਹੰ ਤਨ ਨਿਮਰਤਾ। ਸਨਾ ਸੰਜੋਗ, ਬੁਲਟ ਪ੍ਰੂਫ ਜੈਕਟ ਬਾਹਰੀ ਤੌਰ ਤੇ। ਉਹਨਾਂ ਦੇ ਕੋਲ ਵਿਕਾਰਾਂ ਤੋਂ, ਵਿਕਾਰਾਂ ਦੇ ਹਮਲੇ ਤੋਂ ਬਚਣ ਦੇ ਲਈ ਉਹ ਬੁਲਟ ਪ੍ਰੂਫ ਕੀ ਹੈ? ਸਨਾ ਕੀ ਹੈ? ਨਿਮਰਤਾ। ਨਿਮਰਤਾ ਦੇ ਸਹਾਰੇ ਉਹ ਕੋਈ ਮਾੜਾ ਬੋਲ ਵੀ ਉਹਨਾਂ ਨੂੰ ਬੋਲਦਾ ਅਸਰ ਨਹੀਂ ਕਰਦਾ ਉਹਨਾਂ ਤੇ, ਕਿਉਂਕਿ ਉਹਨਾਂ ਦੇ ਅੰਦਰ ਨਿਮਰਤਾ। ਇੱਕ ਜਗ੍ਹਾ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਗਰੀਬੀ ਗਦਾ ਹਮਾਰੀ, ਗਦਾ ਭਾਵ ਗੁਰਜ, ਗਰੀਬੀ ਦੀ ਨਿਮਰਤਾ ਦੀ ਗਰਜਾ ਹੈ। ਖੰਨਾ ਸਗਲ ਰੇਨ ਸ਼ਾਰੀ, ਸਾਰਿਆਂ ਦੀ ਚਰਨ ਧੂੜ ਬਣ ਕੇ ਰਹਿਣਾ, ਇਹ ਹੈ ਸਾਡੇ ਕੋਲ ਕੰਡਾ। ਤਿਸ ਆਗੈ ਕੋ ਨਾ ਟਿਕੈ ਬਿਕਾਰੀ, ਗੁਰਪੂਰੈ ਇਹ ਗੱਲ ਸਾਰੀ। ਤੇ ਇਹ ਗਰੀਬੀ ਤੇ ਸਾਰਿਆਂ ਦੀ ਚਰਨ ਧੂੜ ਬਣ ਕੇ ਰਹਿਣਾ, ਇਹ ਐਸੇ ਗੁਣ ਨੇ ਕਹਿੰਦੇ ਇਹਦੇ ਸਾਹਮਣੇ ਕੋਈ ਟੇਕ ਨਹੀਂ ਜੇ ਪਾਉਂਦਾ ਜਿਹਦੇ ਕੋਲ ਨਿਮਰਤਾ। ਔਰ ਇਹ ਚੀਜ਼ ਆਪਾਂ ਅਕਸਰ ਵਿਚਾਰ ਵੀ ਕਰ ਰਹੇ ਹਾਂ ਕਿ ਜਿਹੜਾ ਨਿਮਰਤਾ ਚ ਹੈ, ਕੋਈ ਮਾੜੇ ਬੋਲ ਵੀ ਬੋਲੇ, ਜਿਹਨੇ ਜਰ ਲਿਆ ਉਹ ਦੂਜਾ ਕੀ ਵਿਗਾੜ ਲਵੇਗਾ ਉਹਦਾ। ਸੋ ਮਹਾਰਾਜ ਕਹਿੰਦੇ ਰੱਬੀ ਪਿਆਰਿਆਂ ਦੇ ਕੋਲ ਸਨਾਹੰਗ ਤਨ ਨਿਮਰਤਾ। ਸਨਾ ਕਿਹੜਾ ਹੈ? ਵਿਕਾਰਾਂ ਦੇ ਹਮਲੇ ਤੋਂ ਬਚਣ ਦੇ ਲਈ ਉਹਨਾਂ ਕੋਲ ਪ੍ਰਬੰਧ ਕੀ ਹੈ? ਨਿਮਰਤਾ। ਆਵਦਾ ਗੁਣ ਗੋਬਿੰਦ ਰਮਣੰ, ਓਟ ਗੁਰ ਸ਼ਬਦ ਕਰ ਚਰਮਣ। ਆਵਦਾ ਦਾ ਭਾਵ ਹੈ ਹਥਿਆਰ, ਸ਼ਸਤਰ। ਉਹਨਾਂ ਦੇ ਕੋਲ ਸ਼ਸਤਰ ਕਿਹੜਾ ਹੈ? ਫਿਰ ਉਹ ਵਿਕਾਰਾਂ ਦੀ ਫੌਜ ਦਾ ਮੁਕਾਬਲਾ ਕਰਨ ਦੇ ਲਈ ਗੁਣ ਗੋਬਿੰਦ ਰਮਣੰ, ਹਮੇਸ਼ਾ ਪਰਮਾਤਮਾ ਨੂੰ ਜਪਣਾ ਧਿਆਉਣਾ, ਇਹ ਹੈ ਰੱਬੀ ਪਿਆਰਿਆਂ ਦੇ ਕੋਲ ਸ਼ਸਤਰ। ਇਹ ਸ਼ਸਤਰ ਵਿਕਾਰਾਂ ਆਦਿਕ ਦਾ ਮੁਕਾਬਲਾ ਕਰਨ ਦੇ ਲਈ ਸਿਮਰਨ ਦਾ ਸ਼ਸਤਰ ਹਥਿਆਰ ਹੈ। ਔਰ ਓਟ ਗੁਰ ਸ਼ਬਦ ਕਰ ਚਰਮਣ ਹੈ। ਗੁਰੂ ਦੇ ਸ਼ਬਦ ਦੀ ਓਟ, ਗੁਰੂ ਦੇ ਸ਼ਬਦ ਦਾ ਸਹਾਰਾ, ਉਹਨਾਂ ਦੇ ਕੋਲ ਢਾਲ ਹੈ, ਢਾਲ। ਵਿਕਾਰ ਹਮਲਾ ਕਰਦੇ ਨੇ, ਉਹ ਗੁਰੂ ਦੇ ਸ਼ਬਦ ਦੇ ਆਸਰੇ, ਗੁਰੂ ਦੇ ਸ਼ਬਦ ਦੀ ਓਟ ਦੇ ਸਹਾਰੇ ਫਿਰ ਵਿਕਾਰਾਂ ਦਾ ਹਮਲਾ ਰੋਕ ਲੈਂਦੇ ਨੇ। ਢਾਲ ਹੈ ਉਹਨਾਂ ਦੇ ਕੋਲ ਗੁਰੂ ਦੇ ਸ਼ਬਦ ਦੀ। ਅੱਗੇ ਫਿਰ ਮਹਾਰਾਜ ਕਹਿੰਦੇ ਹੁਣ ਫੌਜਾਂ, ਕਿਉਂਕਿ ਹਾਥੀਆਂ ਤੇ ਘੋੜਿਆਂ ਤੇ ਰਥਾਂ ਤੇ ਚੜ੍ਹ ਕੇ ਜਾਂਦੀਆਂ ਨੇ, ਇਹ ਫੌਜਾਂ ਦੀਆਂ ਅਸਵਾਰੀਆਂ ਹੁੰਦੀਆਂ ਨੇ। ਤੇ ਰੱਬੀ ਪਿਆਰਿਆਂ ਦੇ ਕੋਲ ਵਿਕਾਰਾਂ ਨੂੰ ਜਿੱਤਣ ਦੇ ਲਈ, ਉਹਨਾਂ ਦੇ ਮੁਕਾਬਲੇ ਦੇ ਲਈ ਕਿਹੜੀਆਂ ਅਸਵਾਰੀਆਂ ਨੇ? ਆਰੂੜ ਤੇ ਅਸਵ ਰਥ ਨਾਗੈ, ਬੁਝੰਤੇ ਪ੍ਰਭ ਮਾਰਗੈ। ਨਾਗੈ ਦਾ ਭਾਵ ਹੈ ਹਾਥੀ, ਅਰੂੜ ਤੇ ਦਾ ਭਾਵ ਹੈ ਚੜ੍ਹ ਕੇ ਜਾਣਾ, ਅਸਵਾਰ ਹੋ ਕੇ ਜਾਣਾ। ਜਿਵੇਂ ਫੌਜਾਂ ਹਾਥੀਆਂ ਘੋੜਿਆਂ ਤੇ ਰਥਾਂ ਤੇ ਚੜ੍ਹ ਕੇ ਜਾਂਦੀਆਂ ਨੇ, ਇਹਦੀ ਬਜਾਏ ਇਹਨਾਂ ਚੀਜ਼ਾਂ ਦੀ ਥਾਂ ਤੇ ਰੱਬੀ ਪਿਆਰਿਆਂ ਦੇ ਕੋਲ ਕੀ ਹੈ? ਬੁਝੰਤੇ ਪ੍ਰਭ ਮਾਰਗੈ, ਪਰਮਾਤਮਾ ਦੇ ਘਰ ਦੇ ਰਸਤੇ ਨੂੰ ਸਮਝਣਾ, ਬੁੱਝਣਾ।
ਇਹੀ ਉਹਨਾਂ ਦੇ ਲਈ ਰੱਥ ਤੇ ਹਾਥੀ ਤੇ ਘੋੜੇ ਆਦਿਕ ਹਨ। ਪਰਮਾਤਮਾ ਦੇ ਮਾਰਗ ਨੂੰ ਸਮਝਣਾ ਭਾਵ ਉਹ ਆਪਣਾ ਧਿਆਨ ਰੱਬੀ ਰਸਤੇ ਨੂੰ ਸਮਝਣ ਵਾਲੇ ਪਾਸੇ ਲਾਉਂਦੇ ਹਨ। ਅੱਗੇ ਗੁਰੂ ਕਹਿੰਦੇ ਵਿਚਰਤੇ ਨਿਰਭਯੰ ਸ਼ਤਰ ਸੈਨਾ, ਵਿਚਰਤੇ ਨਿਰਭਯੰ ਸ਼ਤਰ ਸੈਨਾ ਤਾਯੰਤੇ ਗੋਪਾਲ ਕੀਰਤਨ। ਜਿਵੇਂ ਤਗੜੇ ਯੋਧੇ ਦੁਸ਼ਮਣਾਂ ਦੀਆਂ ਫੌਜਾਂ 'ਚ ਜਾ ਕੇ ਵੀ ਬੇਪਰਵਾਹ ਹੋ ਕੇ ਉਹ ਅੱਗੇ ਜੂਝਦੇ ਹਨ, ਇਸੇ ਤਰ੍ਹਾਂ ਜਿਹੜੇ ਰੱਬੀ ਪਿਆਰੇ ਹਨ ਉਹ ਵੀ ਨਿਰਭੈ ਹੋ ਕੇ ਹਰ ਜਗ੍ਹਾ 'ਤੇ ਵਿਚਰਦੇ ਹਨ। ਕਿਸੇ ਜਗ੍ਹਾ 'ਤੇ ਕੋਈ ਕਵੇ ਜੀ ਇੱਥੇ ਤੇ ਬੜਾ ਝਗੜੇ ਬਖੇੜੇ ਵਾਲਾ ਮਾਹੌਲ ਹੈ, ਰੱਬੀ ਪਿਆਰੇ ਉੱਥੇ ਵੀ ਪਹੁੰਚ ਜਾਂਦੇ, ਕਿਉਂਕਿ ਉਹਨਾਂ ਨੂੰ ਪਤਾ ਸੀ ਜਾਵਾਂਗੇ ਤੇ ਝਗੜਾ ਨਿਬੇੜਾਂਗੇ। ਉਹ ਹਰ ਥਾਂ 'ਤੇ ਜਾਂਦੇ, ਉਹ ਡਰਦੇ ਘਬਰਾਉਂਦੇ ਨਹੀਂ ਹਨ। ਕਿਉਂ? ਕਿਉਂਕਿ ਉਹ ਪਰਮਾਤਮਾ ਦੀ ਵਡਿਆਈ ਨੂੰ, ਗੋਪਾਲ ਦੇ ਕੀਰਤਨ ਨੂੰ ਧਿਆਉਂਦੇ ਹਨ। ਗੁਰਬਾਣੀ 'ਚ ਬਹੁਤ ਸਾਰੇ ਸ਼ਬਦ ਐਸੇ ਹਨ ਜਿਨ੍ਹਾਂ 'ਤੇ ਦੋ ਮਾਤਰਾ ਲੱਗੀਆਂ ਨੇ। ਜਿਵੇਂ ਉੱਪਰ ਵੇਖੋ ਗੋਪਾਲ ਸ਼ਬਦ ਲਿਖਿਆ ਹੈ, ਇਹਦੇ ਗੱਗੇ ਦੇ ਪੈਰ 'ਚ ਔਂਕੜ ਵੀ ਹੈ, ਉੱਪਰ ਹੋੜਾ ਵੀ ਹੈ। ਔਰ ਸੁਖਮਨੀ ਸਾਹਿਬ 'ਚ ਵੀ ਪੜ੍ਹਿਓ ਟੂਟੀ ਗਾਂਢਣਹਾਰ ਗੋਪਾਲ, ਉੱਥੇ ਵੀ ਗੋਪਾਲ ਦੇ ਉੱਪਰ ਵੀ ਮਾਤਰਾ ਹੈ, ਥੱਲੇ ਵੀ ਮਾਤਰਾ ਹੈ। ਤੇ ਜਿੱਥੇ ਵੀ ਇੱਦਾਂ ਇੱਕ ਅੱਖਰ ਦੇ ਦੋ ਮਾਤਰਾ ਲੱਗੀਆਂ ਨੇ ਉਹਦੇ ਬਾਰੇ ਫਿਰ ਇਹ ਹੈ ਵਿਆਕਰਨ ਦੀ ਜਾਂ ਉਚਾਰਨ ਦੀ ਜੋ ਨੀਤੀ ਹੈ ਕਿ ਇੱਕ ਤੇ ਹੈ ਜੋ ਸ਼ਬਦ ਦੀ ਅਸਲ ਮਾਤਰਾ ਹੁੰਦੀ ਹੈ, ਅਸਲ ਇਹ ਸ਼ਬਦ ਹੈ ਗੋਪਾਲ, ਪਰ ਇਹ ਪੜ੍ਹਿਆ ਅਸਲ ਤੋਂ ਉਲਟ ਮਾਤਰਾ ਦੇ ਨਾਲ ਜਾਣਾ ਹੈ, ਕਿਉਂਕਿ ਮਾਤਰਾ ਦਾ ਵਜਨ ਘਟਾਉਣ ਦੇ ਲਈ ਔਰ ਕਵਿਤਾ ਦਾ ਕਾਵ ਤੋਲ ਬਣਾਉਣ ਦੇ ਲਈ ਫਿਰ ਦੂਜੀ ਰਲਵੀਂ ਮਾਤਰਾ ਲਾਈ ਜਾਂਦੀ ਹੈ। ਇਹ ਪੜ੍ਹਿਆ ਜਾਣਾ ਹੈ ਔਂਕੜ ਦੇ ਨਾਲ ਗੋਪਾਲ, ਉੱਥੇ ਵੀ ਟੂਟੀ ਗਾਂਢਣਹਾਰ ਗੋਪਾਲ। ਅਸਲ ਤੋਂ ਜਿਹੜੀ ਉਲਟ ਮਾਤਰਾ ਹੈ ਉਹ ਸ਼ਬਦ ਦੇ ਨਾਲ ਇਹਦਾ ਉਚਾਰਨ ਹੋਣਾ। ਮਹਾਰਾਜ ਕਹਿੰਦੇ ਵਿਚਰਤੇ ਨਿਰਭਯੰ ਸ਼ਤਰ ਸੈਨਾ ਤਾਯੰਤੇ ਗੋਪਾਲ ਕੀਰਤਨੈ। ਉਹ ਪਰਮਾਤਮਾ ਦੀ ਵਡਿਆਈ ਨੂੰ ਕਰਦੇ ਨੇ, ਨਿਰੰਕਾਰ ਦੀ ਕੀਰਤੀ ਕਰਦੇ ਨੇ। ਇਹੀ ਉਹਨਾਂ ਦੇ ਲਈ ਦੁਸ਼ਮਣ ਫੌਜਾਂ ਦੇ ਵਿੱਚ ਤੱਕ ਪ੍ਰਵੇਸ਼ ਕਰਨਾ ਹੈ। ਤੇ ਜਿੱਤ ਤੇ ਵਿਸ਼ਵ ਸੰਸਾਰੈ ਨਾਨਕ ਵਸਿਅੰ ਕਰੋਤ ਪੰਚ ਤਸਕਰੈ। ਇੱਦਾਂ ਫਿਰ ਮਹਾਰਾਜ ਕਹਿੰਦੇ ਮਾਨੋ ਉਹ ਸਾਰੇ ਸੰਸਾਰ 'ਤੇ ਫਤਿਹ ਹਾਸਲ ਕਰ ਲੈਂਦੇ ਨੇ। ਕਿਉਂ? ਕਿਉਂਕਿ ਉਹਨਾਂ ਨੇ ਪੰਜ ਤਸਕਰਾਂ ਨੂੰ, ਪੰਜ ਵਿਕਾਰਾਂ ਨੂੰ ਕਾਬੂ 'ਚ ਕਰ ਲਿਆ। ਜਿਹਨੇ ਪੰਜਾਂ ਨੂੰ ਜਿੱਤ ਲਿਆ ਜਾਂ ਜਿਹਨੇ ਆਪਣੇ ਆਪ ਨੂੰ ਜਿੱਤ ਲਿਆ, ਮਨ ਜੀਤੈ ਜਗ ਜੀਤ, ਉਹ ਸਮਝੋ ਯੋਧਾ ਹੈ। ਕਿਉਂਕਿ ਪੰਜਾਂ ਨੂੰ ਜਿੱਤਣਾ ਔਖਾ ਹੈ। ਤੇ ਰੱਬੀ ਪਿਆਰੇ ਫਿਰ ਇੱਦਾਂ ਨਿਮਰਤਾ ਦੇ ਸਹਾਰੇ, ਵਾਹਿਗੁਰੂ ਦੇ ਗੁਣਾਂ ਦੇ ਸਹਾਰੇ, ਗੁਰਸ਼ਬਦ ਦੇ ਸਹਾਰੇ, ਪਰਮਾਤਮਾ ਦੇ ਮਾਰਗ ਨੂੰ ਬੁੱਝਣ ਦੇ ਸਹਾਰੇ ਔਰ ਵਾਹਿਗੁਰੂ ਦੀ ਕੀਰਤੀ ਦੇ ਸਹਾਰੇ ਉਹ ਪੰਜਾਂ ਵਿਕਾਰਾਂ ਨੂੰ ਜਿੱਤਦੇ ਨੇ ਤੇ ਉਹ ਸੰਸਾਰ ਅੰਦਰ ਵੀ ਵਡਿਆਈ ਹਾਸਲ ਕਰਦੇ ਨੇ। ਇੱਕ ਦੋ ਪੰਕਤੀਆਂ ਦਾ ਅਗਲਾ ਸ਼ਲੋਕ ਆਪਾਂ ਵਿਚਾਰ ਕੇ ਫਤਿਹ ਬੁਲਾਵਾਂਗੇ। ਮ੍ਰਿਗ ਤ੍ਰਿਸ਼ਨਾ ਗੰਧਰਵ ਨਗਰੰ ਦੁਰਮ ਛਾਇਆ ਰਚ ਦੁਰਮਤੇ। ਮ੍ਰਿਗ ਤ੍ਰਿਸ਼ਨਾ ਦਾ ਭਾਵ ਹੈ ਹਿਰਨ ਨੂੰ ਪੈਣ ਵਾਲਾ ਭੁਲੇਖਾ। ਮਾਰੂਥਲ 'ਚ ਪਿਆਸਾ ਹਿਰਨ ਹੈ, ਅੱਗੇ ਰੇਤ ਹੀ ਰੇਤ ਹੈ, ਸੂਰਜ ਦੀਆਂ ਕਿਰਨਾਂ ਪੈਂਦੀਆਂ ਰੇਤ ਤੇ ਇੱਦਾਂ ਲੱਗਦਾ ਹੈ ਜਿਵੇਂ ਪਾਣੀ ਹੈ। ਤੇ ਹਿਰਨ ਫਿਰ ਉਹ ਪਾਣੀ ਦਾ ਭੁਲੇਖਾ ਖਾਂਦਾ ਹੈ ਤੇ ਉਧਰ ਨੂੰ ਪਾਣੀ ਸਮਝ ਕੇ ਦੌੜਦਾ ਹੈ ਜਿੱਧਰ ਪਾਣੀ ਹੁੰਦਾ ਨਹੀਂ ਹੈ, ਕੇਵਲ ਇੱਕ ਝੂਠਾ ਜਿਹਾ ਪਰਛਾਵਾਂ ਹੈ। ਇਹਨੂੰ ਕਿਹਾ ਗਿਆ ਹੈ ਬਾਣੀ 'ਚ ਮ੍ਰਿਗ ਤ੍ਰਿਸ਼ਨਾ। ਦੂਜੇ ਨੰਬਰ 'ਤੇ ਗੰਧਰਵ ਨਗਰੰ, ਸਮਾਨ ਤੇ ਬੱਦਲ ਆਦਿਕ ਹੁੰਦੇ ਨੇ। ਕਈ ਵਾਰ ਆਪਾਂ ਥੱਲੇ ਖਲੋ ਕੇ ਆਪਣੇ ਤਰੀਕੇ ਦੇ ਨਾਲ ਉਹ ਬੱਦਲਾਂ ਦਾ ਅੰਦਾਜ਼ਾ ਜਿਹਾ ਲਾਉਂਦੇ ਹਾਂ। ਕੋਈ ਨਾ ਕੋਈ ਚੀਜ਼ ਮਾਨੋ ਕਿਸੇ ਸ਼ਹਿਰ ਦਾ ਕੋਈ ਨਕਸ਼ਾ ਕਲਪਦੇ ਹਾਂ ਜਾਂ ਕਿਸੇ ਹੋਰ ਚੀਜ਼ ਦਾ ਕੋਈ ਨਕਸ਼ਾ ਕਲਪ ਲੈਂਦੇ ਹਾਂ। ਇਸੇ ਤਰ੍ਹਾਂ ਦੁਰਮ ਛਾਇਆ, ਦੁਰਮ ਦਾ ਭਾਵ ਹੈ ਇਹ ਦੁਰਮ ਪੜਨਾ ਹੈ, ਇਹਨੂੰ ਦੱਦੇ ਦੇ ਪੈਰ 'ਚ ਰਾਰਾ ਹੈ ਤੇ ਜਿਹੜੀ ਥੱਲੇ ਔਂਕੜ ਹੈ ਉਹ ਰਾਰੇ ਦੇ ਔਂਕੜ ਲੱਗ ਕੇ ਪੜਨੀ ਹੈ ਦੁਰਮ। ਇਹਦਾ ਭਾਵ ਹੈ ਦਰਖਤ, ਰੁੱਖ। ਛਾਇਆ ਦਾ ਭਾਵ ਹੈ ਛਾਂ। ਮਹਾਰਾਜ ਕਹਿੰਦੇ ਜਿਹੜਾ ਦੁਰਮਤੀ ਬਿਰਤੀ ਵਾਲਾ, ਅਗਿਆਨੀ ਬਿਰਤੀ ਵਾਲਾ ਹੈ, ਉਹ ਪਰਿਵਾਰ ਦੇ ਘਰ ਦੇ ਮੋਹ ਨੂੰ ਜਾਂ ਇਹਨਾਂ ਚੀਜ਼ਾਂ ਨੂੰ ਇੱਦਾਂ ਸੱਚ ਸਮਝਦਾ ਹੈ ਜਿਵੇਂ ਹਿਰਨ ਮਾਰੂਥਲ 'ਚ ਪੈਂਦੇ ਪਰਛਾਵੇਂ ਨੂੰ ਸੱਚੀ ਪਾਣੀ ਸਮਝ ਲੈਂਦੀ ਹੈ।
ਜਾਂ ਜਿਵੇਂ ਕੋਈ ਬੰਦਾ ਬੱਦਲ 'ਚ ਪੈ ਰਹੇ ਭੁਲੇਖੇ ਨੂੰ ਸਮਝੇ ਸ਼ਾਇਦ ਕੋਈ ਉੱਪਰ ਨਗਰ ਵਸਦਾ ਹੈ, ਜਾਂ ਜਿਵੇਂ ਦਰਖਤ ਦੀ ਛਾਂ ਹੈ। ਆਪਾਂ ਬਚਨ ਪੜ੍ਹਦੇ ਆ, ਬਿਰਖ ਕੀ ਛਾਇਆ ਸਿਉ ਰੰਗ ਲਾਵੈ ਉਹ ਬਿਨਸੈ ਉਹ ਮਨ ਪਛਤਾਵੇ। ਬੰਦਾ ਹੁਣ ਸਵੇਰੇ ਮੰਜਾ ਢਾ ਕੇ ਬਹਿ ਜਾਵੇ ਦਰਖਤ ਦੀ ਛਾਵੇਂ 10-11 ਵਜੇ, ਤੇ ਕਵੇ ਹੁਣ ਸ਼ਾਮਾਂ ਤੱਕ ਆਪਾਂ ਇੱਥੇ ਹੀ ਦਰਖਤ ਦੀ ਛਾਵੇਂ ਬੈਠਾਂਗੇ। ਹੁਣ ਸ਼ਾਮਾਂ ਤੱਕ ਛਾਂ ਉੱਥੇ ਥੋੜ੍ਹਾ ਟਿਕੀ ਰਹਿੰਦੀ ਹੈ। 12-1 ਵਜੇ ਛਾਂ ਕਿਸੇ ਹੋਰ ਜਗ੍ਹਾ ਤੇ, 2-3 ਵਜੇ ਛਾਂ ਹੋਰ ਥਾਂ, 4 ਵਜੇ ਛਾਂ ਹੋਰ ਥਾਂ, ਉਹ ਇੱਕ ਥਾਂ ਤੇ ਟਿਕੀ ਨਹੀਂ ਰਹਿੰਦੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਗਿਆਨੀ ਬਿਰਤੀ ਵਾਲਾ ਮਨੁੱਖ ਇਸ ਤਰ੍ਹਾਂ ਦੀ ਬਿਰਤੀ ਹੁੰਦੀ ਹੈ ਜਿਵੇਂ ਹਿਰਨ ਨੂੰ ਭੁਲੇਖਾ ਪੈਂਦਾ, ਜਿਵੇਂ ਬੱਦਲ ਦਾ ਭੁਲੇਖਾ, ਜਿਵੇਂ ਰੁੱਖ ਦੀ ਛਾਂ ਦਾ ਭੁਲੇਖਾ ਹੈ। ਤਤੈ ਕੁਟੰਬ ਮੋਹ ਮਿਥਿਆ ਸਿਮਰੰਤ ਨਾਨਕ ਰਾਮ ਰਾਮ ਨਾਮੈ। ਉਹ ਬਾਹਰ ਦੇ ਇਹ ਜਿਹੜੀਆਂ 3 ਭੁਲੇਖਿਆਂ ਦੀਆਂ ਉਦਾਹਰਨਾਂ ਗੁਰੂ ਨੇ ਦਿੱਤੀਆਂ। ਕਹਿੰਦੇ ਇਸੇ ਤਰ੍ਹਾਂ ਘਰ ਪਰਿਵਾਰ ਦੇ ਮੋਹ ਨੂੰ ਜਾਂ ਹੋਰ ਇਹ ਜਿਹੜੇ ਸੰਸਾਰ ਦੇ ਪਦਾਰਥਾਂ ਦਾ ਮੋਹ ਹੈ, ਇਹਨੂੰ ਸੱਚ ਸਮਝ ਕੇ ਬਹਿ ਜਾਂਦੇ ਹਨ ਕਿ ਸ਼ਾਇਦ ਇਹ ਚੀਜ਼ਾਂ ਹਮੇਸ਼ਾ ਇੱਥੇ ਮੇਰੇ ਕੋਲ ਹੀ ਰਹਿਣੀਆਂ ਨੇ, ਪਰ ਰਹਿੰਦਾ ਕੁਝ ਕੋਲ ਨਹੀਂ ਹੈ। ਪਿਛਲੇ ਸ਼ਲੋਕਾਂ 'ਚ ਵੀ ਗੁਰੂ ਨੇ ਕਿਹਾ ਹੈ ਕਿ ਇਹ ਸਭ ਚੀਜ਼ਾਂ ਭਾਵੇਂ ਮਾਤਾ ਪਿਤਾ ਪਤਨੀ ਪੁੱਤਰ ਧੀਆਂ ਸਾਰੇ ਚੀਜ਼ਾਂ ਬੇਨਸਨਹਾਰ ਹਨ। ਜਦੋਂ ਬੰਦਾ ਮੋਹ ਦੇ ਪਕੜ 'ਚ ਵੱਜ ਜਾਂਦਾ ਹੈ ਤੇ ਇਹ ਚੀਜ਼ਾਂ ਹੱਥੋਂ ਨਿਕਲਦੀਆਂ ਨੇ ਤੇ ਫਿਰ ਰੋਂਦਾ ਹੈ, ਪਛਤਾਉਂਦਾ ਹੈ ਕਿ ਇਹ ਤੇ ਮੇਰੀਆਂ ਸਨ ਤੇ ਮੇਰੇ ਹੱਥੋਂ ਕਿਉਂ ਨਿਕਲ ਰਹੀਆਂ ਨੇ। ਗੁਰੂ ਕਹਿੰਦੇ ਉਹ ਕਾਰਨ ਕੀ ਹੈ? ਮੋਹ ਦੀ ਬੜੀ ਪਕੜ ਮਜ਼ਬੂਤ ਸੀ। ਤੇ ਰੋਣਾ ਮੌਤ ਦਾ ਰੋਣਾ ਨਹੀਂ ਹੁੰਦਾ ਹੈ, ਰੋਣਾ ਮੋਹ ਦਾ ਰੋਣਾ ਹੁੰਦਾ। ਮਰਦੇ ਤੇ ਰੋਜ਼ ਲੋਕ ਨੇ ਪਤਾ ਨਹੀਂ ਕਿੰਨੇ, ਪਰ ਜਿੱਦਣ ਕੋਈ ਆਪਣਾ ਮਰਦਾ ਫਿਰ ਆਪਾਂ ਰੋਂਦੇ, ਦੂਜਿਆਂ ਦੇ ਮਰਨ ਤੇ ਥੋੜ੍ਹਾ ਰੋਂਦੇ ਹਾਂ। ਜਿਹਦੇ ਨਾਲ ਮੋਹ ਹੈ ਰੋਣਾ ਉੱਥੇ ਹੈ। ਮਹਾਰਾਜ ਕਹਿੰਦੇ ਰੋਣ ਦਾ ਕਾਰਨ ਹੀ ਮੋਹ ਹੈ ਤੇ ਅਗਿਆਨੀ ਮੋਹ 'ਚ ਵੱਜਿਆ ਤੇ ਰੋਂਦਾ ਹੈ, ਪਰ ਸਿਮਰੰਤ ਨਾਨਕ ਰਾਮ ਰਾਮ ਨਾਮੈ। ਜਿਹੜਾ ਰੱਬੀ ਪਿਆਰਾ ਹੈ ਉਹ ਇਸ ਮੋਹ ਨੂੰ ਛੱਡ ਕੇ ਹਮੇਸ਼ਾ ਪਰਮਾਤਮਾ ਨੂੰ ਸਿਮਰਦਾ ਤੇ ਆਉਂਦਾ ਹੈ। ਸੋ ਸਤਿਗੁਰੂ ਮਿਹਰ ਕਰਨ, ਗੁਰੂ ਸਾਹਿਬ ਜੀ ਦੇ ਇਹ ਉਪਦੇਸ਼ ਸਾਡੇ ਹਿਰਦੇ 'ਚ ਵਸਣ, ਗੁਰੂ ਦੀਆਂ ਖੁਸ਼ੀਆਂ ਮਿਲਣ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਫਤਿਹ ਪ੍ਰਵਾਨੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ।